ਅਣਪਛਾਤੀਆਂ ਲਾਸ਼ਾਂ ਦਾ ਸੱਚ ਸਾਹਮਣੇ ਲਿਆਉਣ ਦੀ ਸੂਰਮਤਾਈ। ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦੇ ਕਤਲ ਦੀ ਪੜਤਾਲ ਕਰਦਿਆਂ ਭਾਈ ਜਸਵੰਤ ਸਿੰਘ ਨੂੰ ਇੰਨੀ ਕੁ ਸੂਹ ਮਿਲ ਗਈ ਸੀ ਕਿ ਉਸ ਨੂੰ ਕਤਲ ਕਰਨ ਤੋਂ ਬਾਅਦ ਪੁਲਿਸ ਨੇ ਉਸ ਦਾ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਵਿੱਚ ਅਣਪਛਾਤੀ ਲਾਸ਼ ਕਹਿ ਕੇ ਦਾਹ ਸੰਸਕਾਰ ਕਰ ਦਿੱਤਾ ਸੀ। ਇਸੇ ਤਰ੍ਹਾਂ ਬਾਬਾ ਗੁਰਬਚਨ ਸਿੰਘ ਮਾਨੂਚਾਲ ਦੀ ਲਾਸ਼ ਦਾ ਵੀ ਲਵਾਰਸ ਕਹਿ ਕੇ ਤਰਨਤਾਰਨ ਦੇ ਮਿਊਨਸਿਪਲ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ ਸੀ। ਬੀਲਾ ਕਾਂਡ ਵਿੱਚ ਮਾਰੇ ਗਏ 9 ਵਿਅਕਤੀਆਂ ਦੀਆਂ ਲਾਸ਼ਾਂ ਵੀ ਐਵੇਂ ਹੀ ਲਵਾਰਸ ਕਹਿ ਕੇ ਤਰਨਤਾਰਨ ਦੇ ਸ਼ਮਸ਼ਾਨ ਘਾਟ ਵਿੱਚ ਸਾੜ ਦਿੱਤੀਆਂ ਸਨ। ਸੋ ਇਹਨਾਂ ਘਟਨਾਵਾਂ ਤੋਂ ਇਹ ਸੱਚਾਈ ਤਾਂ ਭਲੀ ਭਾਂਤ ਪ੍ਰਗਟ ਹੋ ਰਹੀ ਸੀ ਕਿ ਜ਼ਿਆਦਾਤਰ ਲਾਸ਼ਾਂ ਨੂੰ ਅਣਪਛਾਤੀਆਂ ਜਾਂ ਲਵਾਰਸ ਕਹਿ ਕੇ ਸ਼ਹਿਰਾਂ ਦੇ ਸ਼ਮਸ਼ਾਨ ਘਾਟਾਂ ਵਿੱਚ ਹੀ ਸਾੜਿਆ ਗਿਆ ਸੀ। ਇਸ ਤੋਂ ਬਾਅਦ ਭਾਈ ਜਸਵੰਤ ਸਿੰਘ ਦੇ ਸਾਹਮਣੇ ਪ੍ਰਮੁੱਖ ਮਸਲਾ ਇਸ ਸੱਚ ਦੇ ਪੁਖਤਾ ਸਬੂਤ ਹਾਸਲ ਕਰਨਾ ਸੀ, ਕਿਉਂਕਿ ਉਸਨੇ ਆਪਣੇ ਨਿੱਜੀ ਅਨੁਭਵ 'ਚੋਂ ਇਹ ਜਾਣ ਲਿਆ ਸੀ ਕਿ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਖਾਲੀ ਦੋਸ਼ਾਂ ਨਾਲ ਕਾਇਲ ਕਰਨਾ ਸੰਭਵ ਨਹੀਂ ਸੀ। ਉਹਨਾਂ ਦੀ ਸੰਤੁਸ਼ਟੀ ਕਰਾਉਣ ਲਈ ਸਿੱਕੇਬੰਦ ਸਬੂਤ ਜਾਣੀ ਕਿ ਕਲਿੰਚਿੰਗ ਐਵੀਡੈਂਸ ਜੁਟਾਉਣੇ ਜ਼ਰੂਰੀ ਸਨ। ਦੂਜੀ ਗੱਲ, ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਦੇ ਮਸਲੇ ਨੂੰ ਪੱਛਮੀ ਸਰਕਾਰਾਂ ਤੇ ਕੌਮਾਂਤਰੀ ਅਦਾਰਿਆਂ ਤੱਕ ਲਿਜਾਣ ਲਈ ਸਿਆਸੀ ਪ੍ਰਾਪੇਗੰਡੇ ਦੀ ਸੁਰ ਤੇ ਸ਼ੈਲੀ ਨੂੰ ਛੱਡ ਕੇ ਮਸਲੇ ਨੂੰ ਮਨੁੱਖੀ ਹੱਕਾਂ ਦੇ ਕੋਣ ਤੋਂ ਪੇਸ਼ ਕਰਨ ਦੀ ਜਾਂਚ ਤੇ ਮੁਹਾਰਤ ਜ਼ਰੂਰੀ ਜਾਪਣ ਲੱਗ ਪਈ ਸੀ। ਇਸ ਮੋੜ ਤੇ ਆ ਕੇ ਭਾਈ ਜਸਵੰਤ ਸਿੰਘ ਦੇ ਮਨ ਅੰਦਰ ਸਰਦਾਰ ਜਸਪਾਲ ਸਿੰਘ ਢਿੱਲੋਂ ਨੂੰ ਚੰਡੀਗੜ੍ਹ ਜਾ ਕੇ ਮਿਲਣ ਦਾ ਫੁਰਨਾ ਫੁਰਿਆ ਸੀ। ਜਸਪਾਲ ਸਿੰਘ ਢਿੱਲੋਂ ਸਿੱਖ ਖਾੜਕੂ ਸੰਘਰਸ਼ ਦੀ ਸ਼ੁਰੂਆਤੀ ਉਠਾਉਣ ਵੇਲੇ 1985-86 ਹੀ ਦਾਰਜਲਿੰਗ ਦੇ ਚਾਹ ਦੇ ਬਾਗਾਂ ਦੀ ਅਫਸਰੀ ਨੂੰ ਛੱਡ ਕੇ ਪੰਜਾਬ ਆ ਗਿਆ ਸੀ, ਜਿੱਥੇ ਉਸ ਕੋਲ ਚੋਖੀ ਪੁਸ਼ਤੈਨੀ ਜਾਇਦਾਦ ਸੀ। ਉਸ ਕੋਲ ਉਹਨਾਂ ਵੇਲਿਆਂ 'ਚ ਟਾਟਾ ਮੋਬਾਈਲ ਗੱਡੀ ਹੁੰਦੀ ਸੀ, ਜਿਸ ਦੀ ਉਸਨੇ ਉਸ ਸਮੇਂ ਜ਼ੋਰਾਂ ਤੇ ਚੱਲ ਰਹੇ ਸਿੱਖ ਸੰਘਰਸ਼ ਦੌਰਾਨ ਦੱਬ ਕੇ ਵਰਤੋਂ ਕੀਤੀ ਸੀ। ਉਸ ਦਾ ਡਾਕਟਰ ਸੋਹਣ ਸਿੰਘ ਵਾਲੀ ਪੰਥਕ ਕਮੇਟੀ ਦੇ ਮੈਂਬਰਾਂ ਤੇ ਇਸ ਕਮੇਟੀ ਨਾਲ ਜੁੜੀਆਂ ਖਾੜਕੂ ਜਥੇਬੰਦੀਆਂ ਦੇ ਚੋਟੀ ਦੇ ਜਰਨੈਲਾਂ ਨਾਲ ਗੂੜਾ ਮੇਲ-ਜੋਲ ਸੀ। ਇਸ ਦੇ ਨਾਲੋਂ ਨਾਲ ਉਸਨੇ ਕਈ ਸਾਲ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਾਲ ਰਲ ਕੇ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਨਿੱਠ ਕੇ ਕੰਮ ਕੀਤਾ ਸੀ। ਇਸ ਤੋਂ ਇਲਾਵਾ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਪੰਜਾਬ ਅੰਦਰ ਰਾਮ ਨਰਾਇਣ ਕੁਮਾਰ ਨਾਲ ਮਿਲ ਕੇ ਵੀ ਕੰਮ ਕੀਤਾ ਹੋਇਆ ਸੀ। ਰਾਮ ਨਰਾਇਣ ਕੁਮਾਰ ਦਾ ਜਨਮ ਆਂਧਰਾ ਪ੍ਰਦੇਸ਼ ਦੇ ਉੱਚੀ ਕੁਲ ਦੇ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। 1975 ਵਿੱਚ ਜਦੋਂ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਾ ਕੇ ਸਾਰੇ ਜਮਹੂਰੀ ਅਧਿਕਾਰ ਖਤਮ ਕਰ ਦਿੱਤੇ ਸਨ, ਤਾਂ ਰਾਮ ਨਰਾਇਣ ਕੁਮਾਰ ਨੇ ਇਸ ਦਾ ਵਿਰੋਧ ਕਰਨ ਬਦਲੇ 19 ਮਹੀਨੇ ਜੇਲ੍ਹ ਵਿੱਚ ਗੁਜ਼ਾਰੇ ਸਨ। ਉਦੋਂ ਤੋਂ ਲੈ ਕੇ ਉਹ ਜੀਵਨ ਦੇ ਅੰਤ ਤੱਕ ਮਨੁੱਖੀ ਹੱਕਾਂ ਦੀ ਰਾਖੀ ਲਈ ਨਿਰੰਤਰ ਕੰਮ ਕਰਦਾ ਰਿਹਾ ਸੀ। ਉਹ ਮਨੁੱਖੀ ਹੱਕਾਂ ਲਈ ਦੱਖਣੀ ਏਸ਼ੀਆਈ ਫੋਰਮ ਨਾਂ ਦੀ ਸੰਸਥਾ ਨਾਲ ਜੁੜਿਆ ਹੋਇਆ ਸੀ। ਕੁਝ ਸਾਲ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਬਿਤਾਏ ਸਨ। ਉਸਨੇ ਆਸਟਰੀਆ ਵਿੱਚ ਵਿਆਹ ਕਰਵਾ ਕੇ ਉੱਥੇ ਹੀ ਟਿਕਾਣਾ ਬਣਾ ਲਿਆ ਸੀ। ਉਸ ਅੰਦਰ ਚਿੰਤਕ, ਲੇਖਕ ਤੇ ਖੋਜੀ ਵਾਲੇ ਸਾਰੇ ਗੁਣ ਸਨ। ਪੰਜਾਬ ਅੰਦਰ ਸਰਕਾਰੀ ਜ਼ਬਰ ਦੀ ਸਿਖਰ ਦੌਰਾਨ ਉਸਨੇ 1986 ਤੋਂ ਲੈ ਕੇ 1995 ਤੱਕ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਬਾਰੇ ਤੱਥ ਇਕੱਠੇ ਕਰਨ ਤੇ ਇਸ ਆਧਾਰ ਤੇ ਰਿਪੋਰਟਾਂ ਤਿਆਰ ਕਰਨ ਦਾ ਕਾਰਜ ਬਹੁਤ ਮਿਹਨਤ ਤੇ ਮੁਹਾਰਤ ਨਾਲ ਕੀਤਾ, ਜਿਸ ਕਰਕੇ ਉਸ ਦਾ ਇਸ ਖੇਤਰ ਵਿੱਚ ਕੰਮ ਕਰਦੇ ਲਗਭਗ ਸਭਨਾਂ ਵਿਅਕਤੀਆਂ ਨਾਲ ਜਸਟਿਸ ਅਜੀਤ ਸਿੰਘ ਬੈਂਸ ਤੋਂ ਲੈ ਕੇ ਭਾਈ ਜਸਵੰਤ ਸਿੰਘ ਖਾਲੜਾ ਤੱਕ ਨੇੜਲਾ ਵਾਹ ਵਾਸਤਾ ਰਿਹਾ। ਉਸਨੇ ਹੋਰਨਾਂ ਨਾਲ ਰਲ ਕੇ ਕਮੇਟੀ ਫਾਰ ਕੋਆਰਡੀਨੇਸ਼ਨ ਔਨ ਡਿਸਅਪੀਅਰੈਂਸਿਸ ਇਨ ਪੰਜਾਬ ਦੀ ਸਥਾਪਨਾ ਕੀਤੀ ਸੀ ਅਤੇ ਫਿਰ ਅਣਪਛਾਤੀਆਂ ਤੇ ਲਵਾਰਸ ਲਾਸ਼ਾਂ ਬਾਰੇ ਰਿਡਿਊਸਡ ਟੂ ਐਸ਼ਿਸ ਦ ਇਨਸਰਜੈਂਸੀ ਐਂਡ ਹਿਊਮਨ ਰਾਈਟਸ ਇਨ ਪੰਜਾਬ ਦੇ ਟਾਈਟਲ ਹੇਠ ਅਹਿਮ ਕਿਤਾਬ ਦੀ ਸੰਪਾਦਨਾ ਕਰਨ ਵਿੱਚ ਪ੍ਰਮੁੱਖ ਰੋਲ ਅਦਾ ਕੀਤਾ ਸੀ। ਪਰ ਅਜਿਹਾ ਕਰਦਿਆਂ ਉਸਨੇ ਜਸਵੰਤ ਸਿੰਘ ਖਾਲੜਾ ਦੀ ਰਾਜਨੀਤਿਕ ਵਿਚਾਰਧਾਰਾ ਨੂੰ ਆਪਣੇ ਰਾਜਸੀ ਨਜ਼ਰੀਏ ਦੇ ਅਨੁਕੂਲ ਵਿਗਾੜ ਕੇ ਪੇਸ਼ ਕਰਨ ਦੀ ਬੌਧਿਕ ਕੁਤਾਹੀ ਕੀਤੀ ਸੀ, ਜਿਸ ਕਰਕੇ ਉਸ ਤੋਂ ਬਾਅਦ ਸਿੱਖਾਂ ਦਾ ਇੱਕ ਹਿੱਸਾ ਉਸ ਨਾਲ ਨਾਰਾਜ਼ ਹੋ ਗਿਆ ਸੀ।
2009 ਵਿੱਚ ਉਸ ਦਾ ਕਠਮੰਡੂ ਵਿਖੇ ਅਚਾਨਕ ਬਿਮਾਰ ਹੋਣ ਨਾਲ ਦੇਹਾਂਤ ਹੋ ਗਿਆ ਸੀ। ਉਸ ਨੇ ਪੰਜਾਬ ਅੰਦਰ ਸਿੱਖਾਂ ਦੀ ਜੱਦੋ-ਜਹਿਦ ਬਾਰੇ ਕਈ ਕਿਤਾਬਾਂ ਵੀ ਲਿਖੀਆਂ ਸਨ। ਰਾਮ ਨਾਰਾਇਣ ਕੁਮਾਰ ਨਾਲ ਕੰਮ ਕਰਨ ਕਰਕੇ ਜਸਵੰਤ ਸਿੰਘ ਖਾਲੜਾ ਕੋਲ ਇਸ ਖੇਤਰ ਵਿੱਚ ਕੰਮ ਕਰਨ ਦਾ ਚੋਖਾ ਤਜਰਬਾ ਤੇ ਮੁਹਾਰਤ ਸੀ। ਅਗਸਤ 1993 ਵਿੱਚ ਜਸਪਾਲ ਸਿੰਘ ਢਿੱਲੋਂ ਨੂੰ ਪੁਲਿਸ ਨੇ ਚੰਡੀਗੜ੍ਹ ਦੇ ਬੁੜੈਲ ਪਿੰਡ ਵਿੱਚੋਂ ਸੜਕ ਤੇ ਤੁਰੇ ਜਾਂਦਿਆਂ ਨਾਟਕੀ ਢੰਗ ਨਾਲ ਅਗਵਾ ਕਰ ਲਿਆ ਸੀ ਅਤੇ ਮਹੀਨਾ ਭਰ ਕਿਸੇ ਅਣਜਾਣੀ ਥਾਂ ਤੇ ਰੱਖ ਕੇ ਉਸ ਨੂੰ ਭਾਰੀ ਤਸੀਹੇ ਦਿੱਤੇ ਗਏ ਸਨ। ਅਖੀਰ ਵਿੱਚ ਰਾਜਕੀ ਢਾਂਚੇ ਵਿੱਚ ਅਹਿਮ ਰੁਤਬੇ ਤੇ ਬੈਠੇ ਉਸ ਦੇ ਕਿਸੇ ਸ਼ੁਭ ਚਿੰਤਕ ਦੇ ਦਖਲ ਦੇਣ ਤੇ ਉਸ ਦੀ ਜਾਨ ਦੀ ਖਲਾਸੀ ਹੋ ਗਈ ਸੀ। ਉਸ ਵੇਲੇ ਅਮਰੀਕਾ ਦੀ ਡੈਮੋਕ੍ਰੈਟਿਕ ਸਰਕਾਰ ਭਾਰਤ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਵਿੱਚ ਕਾਫੀ ਦਿਲਚਸਪੀ ਲੈ ਰਹੀ ਸੀ। ਜਦੋਂ ਜਸਪਾਲ ਸਿੰਘ ਢਿੱਲੋਂ ਪੁਲਿਸ ਦੇ ਚੁੰਗਲ ਵਿੱਚੋਂ ਨਿਕਲ ਆਇਆ ਤਾਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਨੇ ਉਸ ਨਾਲ ਫੌਰੀ ਰਾਬਤਾ ਬਣਾਇਆ ਅਤੇ ਉਸ ਨੂੰ ਦਿੱਲੀ ਤੋਂ ਸਿੱਧਾ ਅਮਰੀਕਾ ਲੈ ਜਾਣ ਵਿੱਚ ਸਹਾਇਤਾ ਕੀਤੀ ਸੀ। ਉਸ ਦੀ ਹਵਾਈ ਜਹਾਜ਼ ਦੀ ਟਿਕਟ ਤੋਂ ਲੈ ਕੇ ਅਮਰੀਕਾ ਵਿੱਚ ਉਸ ਦੀ 3 ਮਹੀਨਿਆਂ ਦੀ ਠਹਿਰ ਤੱਕ ਦਾ ਸਾਰਾ ਖਰਚਾ ਅਮਰੀਕੀ ਪ੍ਰਸ਼ਾਸਨ ਨੇ ਓਟਿਆ ਸੀ। ਅਮਰੀਕਾ ਵਿੱਚ ਉਸ ਦੀਆਂ ਸ਼੍ਰੇਸ਼ਟ ਵਰਗ ਦੀਆਂ ਔਰਤਾਂ ਤੇ ਮਰਦਾਂ ਜਾਣੀ ਕਿ ਇਲੀਟ ਸੁਸਾਇਟੀ ਨਾਲ ਬਹੁਤ ਸਾਰੀਆਂ ਮੀਟਿੰਗਾਂ ਤੇ ਮੁਲਾਕਾਤਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸਰਦਾਰ ਜਸਪਾਲ ਸਿੰਘ ਢਿੱਲੋਂ ਨੇ ਉਹਨਾਂ ਨੂੰ ਆਪਣੇ ਨਿੱਜੀ ਅਨੁਭਵ ਦੇ ਆਧਾਰ ਤੇ ਭਾਰਤ ਅਤੇ ਖਾਸ ਕਰਕੇ ਭਾਰਤੀ ਕਬਜ਼ੇ ਹੇਠਲੇ ਪੰਜਾਬ ਵਿੱਚ ਸਿੱਖਾਂ ਨਾਲ ਹੋ ਰਹੇ ਅਣਮਨੁੱਖੀ ਜ਼ੁਲਮਾਂ ਦੇ ਰੌਂਗਟੇ ਖੜੇ ਕਰਨ ਵਾਲੇ ਕਿੱਸੇ ਸੁਣਾਏ ਸਨ। ਅਮਰੀਕਾ ਦੇ ਉੱਚ ਵਰਗ ਨਾਲ 3 ਮਹੀਨਿਆਂ ਦੇ ਕਰਮਸ਼ੀਲ ਵਾਹ ਵਾਸਤੇ ਚੋਂ ਜਸਪਾਲ ਸਿੰਘ ਢਿੱਲੋਂ ਨੂੰ ਪੱਛਮੀ ਦੇਸ਼ਾਂ ਦੀ ਰਾਜਨੀਤੀ ਤੇ ਕਾਰਜ ਪ੍ਰਣਾਲੀ ਦੀ ਚੋਖੀ ਸਮਝ ਪੈ ਗਈ ਸੀ। ਉਸ ਨੂੰ ਇਸ ਗੱਲ ਦਾ ਅਭਿਆਸ ਹੋ ਗਿਆ ਸੀ ਕਿ ਪੱਛਮੀ ਮੁਲਕਾਂ ਦੇ ਹੁਕਮਰਾਨਾਂ ਕੋਲ ਸਿੱਖਾਂ ਦੇ ਕੇਸ ਨੂੰ ਕਿਹੋ ਜਿਹੀ ਭਾਸ਼ਾ, ਲਹਿਜੇ ਤੇ ਮੁਹਾਵਰੇ ਵਿੱਚ ਪੇਸ਼ ਕੀਤਾ ਜਾ ਸਕਦਾ ਸੀ। ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਭਾਈ ਜਸਵੰਤ ਸਿੰਘ ਦੇ ਮਨ ਵਿੱਚ ਸਰਦਾਰ ਜਸਪਾਲ ਸਿੰਘ ਢਿੱਲੋਂ ਨੂੰ ਮਿਲਣ ਦੀ ਚਾਹ ਪੈਦਾ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਿਊਮਨ ਰਾਈਟਸ ਵਿੰਗ ਸਰਦਾਰ ਜਸਪਾਲ ਸਿੰਘ ਢਿੱਲੋਂ ਨੇ 1994 ਦੇ ਸ਼ੁਰੂ ਵਿੱਚ ਆਪਣੀ ਸੁਰੱਖਿਆ ਦੇ ਨਜ਼ਰੀਏ ਨਾਲ ਦਾ ਪੇਚ ਵਜੋਂ ਅਕਾਲੀ ਦਲ ਬਾਦਲ ਦਾ ਲੜ ਫੜ ਲਿਆ ਸੀ। ਉਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਵੱਖ-ਵੱਖ ਅਕਾਲੀ ਧੜਿਆਂ ਨੂੰ ਇਕੱਠੇ ਕਰਕੇ ਇੱਕੋ ਸਾਂਝਾ ਅਕਾਲੀ ਦਲ ਬਣਾਉਣ ਦੀ ਕਵਾਇਦ ਕੀਤੀ ਗਈ ਸੀ। ਕਾਫੀ ਯਤਨਾਂ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਅਕਾਲੀ ਧੜੇ ਇਕੱਠੇ ਹੋ ਗਏ ਸਨ। ਭਾਈ ਜਸਵੰਤ ਸਿੰਘ ਖਾਲੜਾ ਵੀ ਆਪਣੇ ਰਾਜਨੀਤਿਕ ਨਜ਼ਰੀਏ ਤੋਂ ਅਕਾਲੀ ਧੜਿਆਂ ਵਿਚਕਾਰ ਏਕਤਾ ਦਾ ਹਾਮੀ ਸੀ। ਪਿਛਲੇ ਸਫ਼ਿਆਂ ਤੇ ਦਿੱਤੇ ਉਸਦੇ ਲੇਖਾਂ ਵਿੱਚ ਉਸਨੇ ਇਹ ਰਾਜਸੀ ਮਤ ਪ੍ਰਗਟਾਇਆ ਸੀ ਕਿ ਸਿੱਖ ਪੰਥ ਅੰਦਰ ਵਿਚਾਰਧਾਰਕ ਆਧਾਰ ਤੇ ਰਾਜਸੀ ਪਾਲਾਬੰਦੀ ਜਾਣੀ ਕਿ ਪੋਲਰਾਈਜੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਭਾਰਤੀ ਰਾਜ ਦੇ ਅੰਦਰ ਸੱਤਾ ਮਾਨਣ ਦੇ ਚਾਹਵਾਨ ਸਾਰੇ ਸਿੱਖ ਸਿਆਸਤਦਾਨਾਂ ਨੂੰ ਇੱਕ ਸਾਂਝੀ ਜਥੇਬੰਦੀ ਬਣਾ ਲੈਣੀ ਚਾਹੀਦੀ ਹੈ ਅਤੇ ਇਸ ਦੇ ਦੂਜੇ ਸਿਰੇ ਤੇ ਸਿੱਖ ਕੌਮ ਦੀ ਆਜ਼ਾਦੀ ਦਾ ਨਿਸ਼ਾਨਾ ਮਿੱਥ ਕੇ ਚੱਲਣ ਵਾਲੇ ਰਾਜਸੀ ਧੜਿਆਂ ਨੂੰ ਵੀ ਇੱਕੋ ਸਾਂਝੀ ਜਥੇਬੰਦੀ ਵਿੱਚ ਇਕੱਠੇ ਹੋ ਜਾਣਾ ਚਾਹੀਦਾ ਹੈ। ਉਸੇ ਵੇਲੇ ਦੂਜੀ ਵੰਨਗੀ ਦੀ ਸਿੱਖ ਰਾਜਸੀ ਜਥੇਬੰਦੀ ਬਣਨ ਦੀ ਅਜੇ ਅਮਲੀ ਸੰਭਾਵਨਾ ਨਾ ਦੇ ਬਰਾਬਰ ਸੀ, ਜਿਸ ਕਰਕੇ ਸਿੱਖਾਂ ਦੀ ਆਜ਼ਾਦੀ ਦੀ ਰਾਜਨੀਤਿਕ ਰੀਝ ਪਾਲਣ ਵਾਲੇ ਖਿੰਡਵੇਂ ਬਿਖਰੇ ਲੋਕ ਅਕਾਲੀ ਦਲ ਦੀ ਮੁਤਾਜ਼ਗੀ ਕਬੂਲਣ ਲਈ ਮਜਬੂਰ ਸਨ। ਭਾਈ ਜਸਵੰਤ ਸਿੰਘ ਖਾਲੜਾ ਦੀ ਸਰਦਾਰ ਜਸਪਾਲ ਸਿੰਘ ਢਿੱਲੋਂ ਨਾਲ ਅਕਤੂਬਰ 1994 ਵਿੱਚ ਚੰਡੀਗੜ੍ਹ ਵਿਖੇ ਲੰਮੀ ਚੌੜੀ ਵਾਰਤਾ ਹੋਈ ਸੀ, ਜਿਸ ਵਿੱਚ ਸਿੱਖ ਕੌਮ ਦੇ ਰਾਜਸੀ ਨਿਸ਼ਾਨੇ ਤੋਂ ਲੈ ਕੇ ਮਨੁੱਖੀ ਹੱਕਾਂ ਦੀ ਰਾਖੀ ਲਈ ਕੰਮ ਕਰਨ ਦੀ ਕਾਰਜ ਪ੍ਰਣਾਲੀ ਬਾਰੇ ਨਿੱਠ ਕੇ ਚਰਚਾ ਕੀਤੀ ਗਈ ਸੀ। ਸਿੱਖ ਕੌਮ ਦੇ ਰਾਜਸੀ ਨਿਸ਼ਾਨੇ ਸਮੇਤ ਸਾਰੇ ਮਹੱਤਵਪੂਰਨ ਮਸਲਿਆਂ ਬਾਰੇ ਆਪਸੀ ਸਹਿਮਤੀ ਤੇ ਅਪੜਨ ਤੋਂ ਬਾਅਦ ਦੋਵਾਂ ਨੇ ਆਪਸ ਵਿੱਚ ਮਿਲ ਕੇ ਕੰਮ ਕਰਨ ਦਾ ਨਿਰਣਾ ਕਰ ਲਿਆ ਸੀ।
ਉਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਭਾਈ ਜਸਵੰਤ ਸਿੰਘ ਦੇ ਘਰ ਹੋਈ ਮੀਟਿੰਗ ਵਿੱਚ ਇਸ ਦਿਸ਼ਾ ਨੂੰ ਅਗਲੇ ਕਦਮ ਚੁੱਕਣ ਬਾਰੇ ਅਹਿਮ ਨਿਰਣੇ ਕੀਤੇ ਗਏ ਸਨ। ਇਸ ਗੱਲ ਤੇ ਆਮ ਸਹਿਮਤੀ ਹੋ ਗਈ ਸੀ ਕਿ ਹਾਲ ਦੀ ਘੜੀ ਅਕਾਲੀ ਦਲ ਬਾਦਲ ਵਿੱਚ ਰਹਿੰਦੇ ਹੋਏ ਹਿਊਮਨ ਰਾਈਟਸ ਵਿੰਗ ਦੇ ਨਾਂ ਹੇਠ ਸਰਗਰਮੀਆਂ ਕਰਨਾ ਹੀ ਉਚਿਤ ਹੋਵੇਗਾ। ਆਪਸੀ ਸਹਿਮਤੀ ਨਾਲ ਸਰਦਾਰ ਜਸਪਾਲ ਸਿੰਘ ਢਿੱਲੋਂ ਨੂੰ ਹਿਊਮਨ ਰਾਈਟਸ ਵਿੰਗ ਦਾ ਚੇਅਰਮੈਨ, ਭਾਈ ਜਸਵੰਤ ਸਿੰਘ ਖਾਲੜਾ ਨੂੰ ਜਨਰਲ ਸਕੱਤਰ ਅਤੇ ਮਨੁੱਖੀ ਹੱਕਾਂ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ਤੇ ਕੰਮ ਕਰਦੇ ਆ ਰਹੇ ਸਰਦਾਰ ਅਮਰੀਕ ਸਿੰਘ ਮੁਕਤਸਰ ਨੂੰ ਵਾਈਸ ਚੇਅਰਮੈਨ ਦੀ ਸੇਵਾ ਸੌਂਪੀ ਗਈ ਸੀ। ਭਾਈ ਜਸਪਾਲ ਸਿੰਘ ਢਿੱਲੋਂ ਤੇ ਜਸਵੰਤ ਸਿੰਘ ਖਾਲੜਾ ਇਸ ਸੱਚਾਈ ਤੋਂ ਅਣਜਾਣ ਜਾਂ ਅਵੇਸਲੇ ਨਹੀਂ ਸਨ ਕਿ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਦੀ ਜਾਂਚ ਪੜਤਾਲ ਕਰਨੀ ਅਤੇ ਫਿਰ ਇਸ ਨੂੰ ਕੌਮਾਂਤਰੀ ਪੱਧਰ ਤੇ ਲਿਜਾਣਾ ਦੋਸ਼ੀ ਪੁਲਿਸ ਅਫਸਰਾਂ ਤੇ ਉਹਨਾਂ ਦੇ ਰਾਜਸੀ ਅਕਾਵਾਂ ਨੂੰ ਗਵਾਰਾ ਨਹੀਂ ਹੋਵੇਗਾ। ਉਹ ਇਸ ਅਮਲ ਨੂੰ ਰੋਕਣ ਲਈ ਸਾਰੇ ਗੈਰ ਜਮਹੂਰੀ ਤੇ ਗੈਰ ਕਾਨੂੰਨੀ ਹੱਥਕੰਡੇ ਅਪਣਾਉਣਗੇ, ਜਿਸ ਕਰਕੇ ਇਸ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਬਹੁਤ ਸਾਵਧਾਨੀ ਨਾਲ ਚੱਲਣਾ ਪਵੇਗਾ। ਇਸ ਦੇ ਵਾਸਤੇ ਇਸ ਕਾਜ ਨਾਲ ਹਮਦਰਦੀ ਰੱਖਣ ਵਾਲੇ ਕਿਸੇ ਰਸੂਖਵਾਨ ਸਿਆਸੀ ਆਗੂ ਦੀ ਮਦਦ ਤੇ ਓਟ ਲੈਣ ਦੀ ਜ਼ਰੂਰਤ ਮਹਿਸੂਸ ਹੋਈ। ਉਪਰੋਕਤ ਸਮਝ ਦੀ ਰੋਸ਼ਨੀ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਤੇ ਜਸਪਾਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਵਿਚਾਰ ਵਟਾਂਦਰਾ ਕੀਤਾ। ਜਥੇਦਾਰ ਟੌੜਾ ਦੀ ਇਹ ਖਾਸੀਅਤ ਸੀ ਕਿ ਉਹ ਸੰਘਰਸ਼ਾਂ ਵਿੱਚੋਂ ਆਏ ਸੂਝਵਾਨ ਵਿਅਕਤੀਆਂ ਦੇ ਅਕਾਲੀ ਦਲ ਵਿੱਚ ਦਾਖਲੇ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਸਨ। ਇਸ ਦਾ ਇੱਕ ਕਾਰਨ ਤਾਂ ਇਹ ਸੀ ਕਿ ਉਹ ਸੰਘਰਸ਼ਾਂ ਵਿੱਚ ਰੜੇ ਵਿਅਕਤੀਆਂ ਦੇ ਤਜਰਬੇ ਤੇ ਯੋਗਤਾ ਨੂੰ ਸਿੱਖ ਕੌਮ ਦੀ ਭਲਾਈ ਦੇ ਲੇਖੇ ਲਾਉਣ ਦੀ ਪੰਥਕ ਭਾਵਨਾ ਰੱਖਦੇ ਸਨ। ਪਰ ਨਾਲ ਹੀ ਇਸ ਦਾ ਇੱਕ ਕਾਰਨ ਨਿੱਜੀਗਤ ਵੀ ਸੀ। ਅਜਿਹੇ ਸੁਲਝੇ ਹੋਏ ਤੇ ਗਿਆਨਵਾਨ ਬੰਦਿਆਂ ਦੇ ਸਹਿਯੋਗ ਨਾਲ ਖੁਦ ਜਥੇਦਾਰ ਟੌੜਾ ਦੀ ਅਕਾਲੀ ਦਲ ਤੇ ਰਾਜਨੀਤੀ ਦੇ ਅੰਦਰ ਰਾਜਸੀ ਪੋਜੀਸ਼ਨ ਵੀ ਤਕੜੀ ਹੁੰਦੀ ਸੀ। ਇਨ੍ਹਾਂ ਕਾਰਨਾਂ ਕਰਕੇ ਹੀ ਜਸਪਾਲ ਸਿੰਘ ਢਿੱਲੋਂ ਦਾ ਜਥੇਦਾਰ ਟੌੜਾ ਨਾਲ ਚੰਗਾ ਸਹਿਚਾਰ ਬਣ ਗਿਆ ਸੀ। ਅਣਪਛਾਤੀਆਂ ਲਾਸ਼ਾਂ ਦੇ ਸੱਚ ਦਾ ਪਤਾ ਲਾਉਣ ਲਈ ਤੱਥਾਂ ਨੂੰ ਲੱਭਣ, ਇਕੱਠੇ ਕਰਨ, ਸਾਂਭਣ ਤੇ ਇਹਨਾਂ ਦੇ ਆਧਾਰ ਤੇ ਰਿਪੋਰਟਾਂ ਤਿਆਰ ਕਰਨ ਲਈ ਹਿਊਮਨ ਰਾਈਟਸ ਵਿੰਗ ਦਾ ਆਪਣਾ ਦਫ਼ਤਰ ਜ਼ਰੂਰੀ ਸੀ। ਇਸ ਲੋੜ ਦੀ ਪੂਰਤੀ ਲਈ ਜਥੇਦਾਰ ਟੌੜਾ ਦੀਆਂ ਸੇਵਾਵਾਂ ਲਈਆਂ ਗਈਆਂ। ਉਸਨੇ ਚੰਡੀਗੜ੍ਹ ਦੇ 5 ਨੰਬਰ ਸੈਕਟਰ ਦੀ ਕੋਠੀ ਨੰਬਰ 30 ਵਿੱਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਇੱਕ ਕਮਰੇ ਵਿੱਚ ਹਿਊਮਨ ਰਾਈਟਸ ਵਿੰਗ ਦਾ ਦਫ਼ਤਰ ਖੋਲ੍ਹਣ ਦੀ ਹਾਮੀ ਭਰ ਦਿੱਤੀ ਸੀ ਅਤੇ ਉੱਥੇ ਕੰਮ ਕਰਦੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਹਿਊਮਨ ਰਾਈਟਸ ਵਿੰਗ ਦੇ ਆਗੂਆਂ ਦੀ ਹਰ ਲੋੜ ਪੂਰੀ ਕਰਨ ਦੀ ਹਦਾਇਤ ਕਰ ਦਿੱਤੀ ਸੀ। ਇਸ ਨਾਲ ਜਾਂਚ ਪੜਤਾਲ ਦਾ ਕੰਮ ਰੇੜੇ ਪੈ ਗਿਆ ਸੀ। ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਦੋਂ ਤੱਕ ਕੀਤੀ ਜਾ ਚੁੱਕੀ ਜਾਂਚ ਤੋਂ ਇਹ ਤੱਥ ਤਾਂ ਭਲੀ ਭਾਂਤ ਉਜਾਗਰ ਹੋ ਗਏ ਸਨ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਪੁਲਿਸ ਦੁਆਰਾ ਮਾਰੇ ਗਏ ਖਾੜਕੂਆਂ ਤੇ ਉਹਨਾਂ ਦੇ ਸਬੰਧੀਆਂ ਦੀਆਂ ਲਾਸ਼ਾਂ ਦਾ ਸੰਸਕਾਰ ਅਣਪਛਾਤੀਆਂ ਜਾਂ ਲਵਾਰਸ ਕਹਿ ਕੇ ਸ਼ਹਿਰਾਂ ਦੇ ਸ਼ਮਸ਼ਾਨ ਘਾਟਾਂ ਵਿੱਚ ਕੀਤਾ ਜਾਂਦਾ ਸੀ। ਇਸ ਤੋਂ ਅਗਲਾ ਕਦਮ ਇਸ ਬਾਰੇ ਲਿਖਤੀ ਸਬੂਤ ਹਾਸਲ ਕਰਨੇ ਸਨ। ਇਸ ਵਿਸ਼ੇਸ਼ ਕਾਰਜ ਵਾਸਤੇ ਨਵੰਬਰ 1994 ਵਿੱਚ ਹਿਊਮਨ ਰਾਈਟਸ ਵਿੰਗ ਦੀ 2 ਮੈਂਬਰੀ ਪੜਤਾਲੀਆ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਤੇ ਜਸਪਾਲ ਸਿੰਘ ਢਿੱਲੋਂ ਸ਼ਾਮਲ ਸਨ। ਇੱਕ ਦਿਨ ਅੰਮ੍ਰਿਤਸਰ ਵਿਖੇ ਜਸਵੰਤ ਸਿੰਘ ਦੇ ਘਰ ਬੈਠਿਆਂ ਇਸ ਮਾਮਲੇ ਤੇ ਵਿਚਾਰ ਕਰਦਿਆਂ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਸ਼ਮਸ਼ਾਨ ਘਾਟਾਂ ਅੰਦਰ ਸਾੜੀਆਂ ਜਾਂਦੀਆਂ ਲਾਸ਼ਾਂ ਦਾ ਕਿਸੇ ਜਗ੍ਹਾ ਕੋਈ ਨਾ ਕੋਈ ਰਿਕਾਰਡ ਜ਼ਰੂਰ ਰੱਖਿਆ ਜਾਂਦਾ ਹੋਵੇਗਾ। ਪਰ ਸਵਾਲ ਇਹ ਸੀ ਕਿ ਉਹ ਰਿਕਾਰਡ ਕਿੱਥੋਂ ਲੱਭ ਸਕਦਾ ਸੀ ਅਤੇ ਉਸ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਸੀ। ਬੈਠੇ-ਬੈਠੇ ਉਹਨਾਂ ਨੂੰ ਇਹ ਤਰਕੀਬ ਸੁੱਝੀ ਕਿ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਜਾ ਕੇ ਕਿਸੇ ਬਹਾਨੇ ਉੱਥੋਂ ਦੇ ਕਰਮਚਾਰੀਆਂ ਕੋਲੋਂ ਪੁੱਛਗਿੱਛ ਕੀਤੀ ਜਾਵੇ। ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਇਹ ਸਕੀਮ ਬਣਾਈ ਕਿ ਅਫਸਰ ਬਣ ਕੇ ਸ਼ਮਸ਼ਾਨ ਘਾਟ ਦੀ ਸਰਕਾਰੀ ਚੈਕਿੰਗ ਕਰਨ ਦੇ ਬਹਾਨੇ
ਮੁਲਾਜ਼ਮਾਂ ਕੋਲੋਂ ਜਾਣਕਾਰੀ ਲੈਣ ਦਾ ਯਤਨ ਕੀਤਾ ਜਾਵੇ। ਉਹਨਾਂ ਨੇ ਮਿੱਥੀ ਵਿਉਂਤ ਮੁਤਾਬਕ ਪਹਿਲਾਂ 2 ਬੰਦੇ ਸ਼ਮਸ਼ਾਨ ਘਾਟ ਭੇਜ ਦਿੱਤੇ, ਜਿਨ੍ਹਾਂ ਨੇ ਉੱਥੇ ਮੌਜੂਦ ਇਕਲੌਤੇ ਕਰਮਚਾਰੀ, ਜਿਹੜਾ ਚੌਥੇ ਦਰਜੇ ਦਾ ਮੁਲਾਜ਼ਮ ਸੀ, ਨੂੰ ਸੁਨੇਹਾ ਦੇ ਦਿੱਤਾ ਕਿ ਸ਼ਮਸ਼ਾਨ ਘਾਟ ਦੇ ਕੰਮਕਾਰ ਦੀ ਚੈਕਿੰਗ ਲਈ ਉੱਪਰੋਂ ਅਫਸਰ ਆ ਰਹੇ ਨੇ। ਇਹ ਸੁਣ ਕੇ ਮੁਲਾਜ਼ਮ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਉਸ ਨੇ ਉਸੇ ਵੇਲੇ ਅੰਦਰੋਂ 2 ਅੱਧੋ ਰਾਣੀਆਂ ਜਿਹੀਆਂ ਕੁਰਸੀਆਂ ਕੱਢ ਲਿਆਂਦੀਆਂ ਅਤੇ ਨਾਲ ਪੁਰਾਣਾ ਜਿਹਾ ਮੇਜ਼ ਲਿਆ ਧਰਿਆ। ਜਿਵੇਂ ਮਿਥਿਆ ਸੀ, ਥੋੜੇ ਚਿਰ ਪਿੱਛੋਂ 2 ਅਫਸਰ ਜਸਪਾਲ ਸਿੰਘ ਢਿੱਲੋਂ ਤੇ ਜਸਵੰਤ ਸਿੰਘ ਖਾਲੜਾ ਪਹੁੰਚ ਗਏ। ਉਹਨਾਂ ਨੇ ਆਉਂਦੇ ਹੀ ਮੁਲਾਜ਼ਮ ਨੂੰ ਅਧਿਕਾਰਪੂਰਨ ਲਹਿਜੇ ਵਿੱਚ ਪੁੱਛਿਆ ਕਿ ਸ਼ਮਸ਼ਾਨ ਘਾਟ ਦਾ ਕੰਮਕਾਰ ਠੀਕ ਚੱਲ ਰਿਹਾ ਹੈ, ਕੋਈ ਸਮੱਸਿਆ ਤਾਂ ਨਹੀਂ ਆ ਰਹੀ। ਇਸ ਤਰੀਕੇ ਉਹਨਾਂ ਨੇ ਗੱਲਾਂ-ਗੱਲਾਂ ਵਿੱਚ ਮੁਲਾਜ਼ਮ, ਜਿਸ ਦਾ ਨਾਮ ਬਾਬਾ ਭੂਤਨਾਥ ਸੀ, ਕੋਲੋਂ ਲਾਸ਼ਾਂ ਨੂੰ ਸਾੜਨ ਦੇ ਤਰੀਕਾਕਾਰ ਬਾਰੇ ਪੁੱਛਿਆ ਤੇ ਅਖੀਰ ਅਸਲੀ ਸਵਾਲ ਵੀ ਪੁੱਛ ਲਿਆ ਕਿ ਲਾਸ਼ਾਂ ਦਾ ਕੋਈ ਲਿਖਤੀ ਰਿਕਾਰਡ ਵੀ ਰੱਖਿਆ ਜਾਂਦਾ ਹੈ ਜਾਂ ਨਹੀਂ। ਬਾਬਾ ਭੂਤਨਾਥ ਨੇ ਝੱਟ ਜਵਾਬ ਦਿੱਤਾ, ਹਾਂਜੀ, ਰਜਿਸਟਰ ਵਿੱਚ ਸਾਰੀ ਸੂਚਨਾ ਬਕਾਇਦਾ ਦਰਜ ਕੀਤੀ ਜਾਂਦੀ ਹੈ। ਬਸ ਉਸ ਦੇ ਇਸ ਜਵਾਬ ਨਾਲ ਭੇਦ ਦਾ ਤਾਲਾ ਖੁੱਲ੍ਹ ਗਿਆ ਸੀ। ਅਫਸਰਾਂ ਦੇ ਮੰਗਣ ਤੇ ਬਾਬਾ ਭੂਤਨਾਥ ਨੇ ਅੰਦਰੋਂ ਰਜਿਸਟਰ ਕੱਢ ਲਿਆਂਦਾ ਤੇ ਇਸ ਨੂੰ ਝੱਟ ਉਹਨਾਂ ਦੇ ਸਪੁਰਦ ਕਰ ਦਿੱਤਾ। ਰਜਿਸਟਰ ਨੂੰ ਸਰਸਰੀ ਫਰੋਲ ਕੇ ਦੇਖਿਆ ਤਾਂ ਉਸ ਵਿੱਚ ਸਾੜਨ ਲਈ ਲਿਆਂਦੀ ਜਾਂਦੀ ਹਰ ਲਾਸ਼ ਬਾਰੇ ਲੋੜੀਂਦੀ ਜਾਣਕਾਰੀ ਦਰਜ ਕੀਤੀ ਨਜ਼ਰ ਪੈ ਗਈ। ਇਹ ਖਜ਼ਾਨਾ ਹੱਥ ਲੱਗ ਜਾਣ ਤੋਂ ਬਾਅਦ ਉਹਨਾਂ ਨੇ ਚਲਾਕੀ ਨਾਲ ਭੂਤਨਾਥ ਨੂੰ ਸਾਫ਼-ਸੁਥਰੇ ਬਜ਼ਾਰੂ ਪਾਣੀ ਦੀਆਂ 2 ਬੋਤਲਾਂ ਖਰੀਦਣ ਲਈ ਪੈਸੇ ਦੇ ਕੇ ਦੁਕਾਨ ਵੱਲ ਭੇਜ ਦਿੱਤਾ ਅਤੇ ਫਿਰ ਫੁਰਤੀ ਨਾਲ ਆਪਣੇ ਇੱਕ ਸਾਥੀ ਨੂੰ ਬਾਜ਼ਾਰ ਭੇਜ ਕੇ ਉਸ ਰਜਿਸਟਰ ਦੀ ਫੋਟੋ ਸਟੇਟ ਕਾਪੀ ਕਰਵਾ ਲਈ। ਬਸ ਇਸ ਦੇ ਨਾਲ ਹੀ ਅਗਲੇਰੀ ਪੜਤਾਲ ਦੇ ਰਾਹ ਖੁੱਲ੍ਹ ਗਏ ਸਨ। ਭੇਦ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ। ਬਾਬਾ ਭੂਤਨਾਥ ਨਾਲ ਹੋਏ ਵਾਰਤਾਲਾਪ 'ਚੋਂ ਇਹ ਤੱਥ ਉਜਾਗਰ ਹੋਇਆ ਕਿ ਮਿਊਨਿਸਪਲ ਕਮੇਟੀਆਂ ਦੇ ਕਾਨੂੰਨ ਮੁਤਾਬਕ ਸ਼ਹਿਰ ਵਿੱਚ ਮਿਲਣ ਵਾਲੀ ਹਰੇਕ ਲਵਾਰਿਸ ਲਾਸ਼ ਦਾ ਦਾਹ ਸੰਸਕਾਰ ਕਮੇਟੀ ਨੇ ਆਪਣੇ ਫੰਡ ਵਿੱਚੋਂ ਕਰਨਾ ਹੁੰਦਾ ਹੈ, ਪਰ ਨਾਲ ਹੀ ਇਸ ਲਾਸ਼ ਬਾਰੇ ਪੁਲਿਸ ਕਾਰਵਾਈ ਵੀ ਮੁਕੰਮਲ ਕਰਨੀ ਜ਼ਰੂਰੀ ਹੁੰਦੀ ਹੈ ਤੇ ਉਸ ਦਾ ਪੋਸਟਮਾਰਟਮ ਕਰਾਉਣਾ ਵੀ ਕਾਨੂੰਨੀ ਤੌਰ ਤੇ ਜ਼ਰੂਰੀ ਹੁੰਦਾ ਹੈ। ਮੈਡੀਕਲ ਮਹਿਕਮੇ ਦੇ ਪੋਸਟਮਾਰਟਮ ਨਿਯਮਾਂ ਮੁਤਾਬਕ ਜੇਕਰ ਕਿਸੇ ਲਾਸ਼ ਦਾ ਕੋਈ ਵਾਰਿਸ ਨਹੀਂ ਮਿਲਦਾ ਤਾਂ ਉਸ ਲਵਾਰਿਸ ਕਰਾਰ ਦਿੱਤੀ ਲਾਸ਼ ਦੀ ਫੋਟੋ ਤੇ ਉਸ ਦੀਆਂ ਸ਼ਨਾਖਤੀ ਨਿਸ਼ਾਨੀਆਂ ਰਿਕਾਰਡ ਵਿੱਚ ਰੱਖਣੀਆਂ ਜ਼ਰੂਰੀ ਹੁੰਦੀਆਂ ਨੇ। ਪੁਲਿਸ ਮਹਿਕਮੇ ਦੇ ਨਿਯਮ ਨੰਬਰ 3 ਚੈਪਟਰ 25 ਵਿੱਚ ਅਣਪਛਾਤੀਆਂ ਤੇ ਲਵਾਰਿਸ ਲਾਸ਼ਾਂ ਦੇ ਸੰਸਕਾਰ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਸਪਸ਼ਟ ਹਦਾਇਤਾਂ ਦਰਜ ਕੀਤੀਆਂ ਗਈਆਂ ਨੇ, ਜਿਨ੍ਹਾਂ ਮੁਤਾਬਕ ਲਾਸ਼ਾਂ ਦੀਆਂ ਫੋਟੋਆਂ ਦੇ ਇਸ਼ਤਿਹਾਰ ਜਨਤਾ ਵਾਸਤੇ ਜਾਰੀ ਕਰਨੇ ਲਾਜ਼ਮੀ ਹੁੰਦੇ ਨੇ। ਪਰ ਹਿਊਮਨ ਰਾਈਟਸ ਵਿੰਗ ਦੀ 2 ਮੈਂਬਰੀ ਕਮੇਟੀ ਦੁਆਰਾ ਕੀਤੀ ਗਈ ਛਾਣਬੀਣ ਦੇ ਦੌਰਾਨ ਇਹ ਤੱਥ ਧਿਆਨ ਵਿੱਚ ਆਇਆ ਕਿ ਸਰਕਾਰੀ ਹਨੇਰਗਰਦੀ ਦੇ ਉਸ ਕਾਲੇ ਦੌਰ ਅੰਦਰ ਪੰਜਾਬ ਪੁਲਿਸ ਵੱਲੋਂ ਨਜਾਇਜ਼ ਹਿਰਾਸਤ ਵਿੱਚ ਰੱਖੇ ਹਜ਼ਾਰਾਂ ਸਿੱਖਾਂ ਨੂੰ ਵੱਖ-ਵੱਖ ਤਰ੍ਹਾਂ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਲਵਾਰਸ ਕਰਾਰ ਦੇ ਕੇ ਮਿਊਨਿਸਪਲ ਸ਼ਮਸ਼ਾਨ ਘਾਟਾਂ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸਨ ਅਤੇ ਕਾਨੂੰਨੀ ਕਾਰਵਾਈ ਦੀ ਰਸਮ ਪੂਰੀ ਕਰਨ ਲਈ ਗਲਤ-ਮਲਤ FIR ਤੇ ਸਰਕਾਰ ਦੇ ਪਿੱਠੂ ਡਾਕਟਰਾਂ ਕੋਲੋਂ ਝੂਠਾ-ਮੂਠਾ ਪੋਸਟਮਾਰਟਮ ਕਰਾ ਕੇ ਮਾਮਲਾ ਗਲੋਂ ਲਾ ਦਿੱਤਾ ਜਾਂਦਾ ਸੀ। ਜਿਹੜੇ ਖਾੜਕੂਆਂ ਦੇ ਸਿਰਾਂ ਦੇ ਇਨਾਮ ਰੱਖੇ ਹੁੰਦੇ ਸਨ, ਇਨਾਮ ਹਾਸਲ ਕਰਨ ਦੇ ਲਾਲਚ ਵਿੱਚ ਉਹਨਾਂ ਦੇ ਅਸਲੀ ਨਾਂ ਤਾਂ ਨਸ਼ਰ ਕਰ ਦਿੱਤੇ ਜਾਂਦੇ ਸਨ, ਪਰ ਨਾਲ ਇਹ ਝੂਠ ਬੋਲਿਆ ਜਾਂਦਾ ਸੀ ਕਿ ਉਹਨਾਂ ਦੇ ਵਾਰਸ ਲਾਸ਼ ਲੈਣ ਲਈ ਤਿਆਰ ਨਹੀਂ ਸਨ। ਇਸ ਤਰ੍ਹਾਂ ਅਜਿਹੀਆਂ ਲਾਸ਼ਾਂ ਲਵਾਰਿਸ ਕਹਿ ਕੇ ਸਾੜ ਦਿੱਤੀਆਂ ਜਾਂਦੀਆਂ ਸਨ। ਦੁਰਗਿਆਣਾ ਸ਼ਮਸ਼ਾਨ ਘਾਟ ਦੇ ਰਜਿਸਟਰ ਵਿੱਚ ਪੁਲਿਸ ਵੱਲੋਂ ਮਾਰੇ ਗਏ ਕੁਝ ਵਿਅਕਤੀਆਂ ਦਾ ਨਾਂ ਤੇ ਪਿੰਡ ਵੀ ਲਿਖਿਆ ਹੋਇਆ ਸੀ, ਪਰ ਇਸ ਦੇ ਬਾਵਜੂਦ ਰਿਕਾਰਡ ਵਿੱਚ ਲਾਸ਼ ਅਣਪਛਾਤੀ ਦੱਸੀ ਗਈ ਸੀ। ਉਦਾਹਰਨ ਵਜੋਂ ਰਾਜਾ ਸਾਂਸੀ ਦੀ ਪੁਲਿਸ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਪ੍ਰਗਟ ਸਿੰਘ ਬੁਲਟ ਨਾਂ ਦੇ ਖਾੜਕੂ ਨੂੰ ਦਿਨ ਦਿਹਾੜੇ ਚੁੱਕ ਕੇ ਲੈ ਗਈ ਸੀ,
5 ਨਵੰਬਰ 1992 ਨੂੰ ਉਸ ਨੂੰ ਪੁਲਿਸ ਮੁਕਾਬਲੇ ਵਿੱਚ ਮਰਿਆ ਦਿਖਾ ਕੇ ਉਸ ਦੀ ਲਾਸ਼ ਦਾ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਵਿੱਚ ਅਣਪਛਾਤੀ ਕਹਿ ਕੇ ਦਾਹ ਸੰਸਕਾਰ ਕਰ ਦਿੱਤਾ ਗਿਆ ਸੀ। ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਤੋਂ ਮਿਲੀ ਜਾਣਕਾਰੀ ਨਾਲ ਪੜਤਾਲ ਦਾ ਅਮਲ ਅੱਗੇ ਵਧਾਉਣਾ ਆਸਾਨ ਹੋ ਗਿਆ ਸੀ। ਇਸੇ ਤਰੀਕੇ ਨਾਲ ਅੰਮ੍ਰਿਤਸਰ, ਤਰਨਤਾਰਨ ਤੇ ਪੱਟੀ ਦੇ ਮਿਊਨਿਸਪਲ ਸ਼ਮਸ਼ਾਨ ਘਾਟਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਜਨਮ ਤੇ ਮੌਤ ਦੇ ਰਜਿਸਟਰ ਤੋਂ ਵੀ ਲੋੜੀਂਦੀ ਸੂਚਨਾ ਪ੍ਰਾਪਤ ਕੀਤੀ ਗਈ। ਸੰਸਕਾਰ ਕਰਨ ਲਈ ਖਰੀਦੀਆਂ ਲੱਕੜਾਂ ਦੀਆਂ ਰਸੀਦਾਂ ਤੋਂ ਵੀ ਛੁਪਿਆ ਸੱਚ ਪ੍ਰਗਟ ਹੋਇਆ। ਇਸ ਪੜਤਾਲ ਦੇ ਆਧਾਰ ਤੇ ਹਿਊਮਨ ਰਾਈਟਸ ਵਿੰਗ ਨੇ 16 ਜਨਵਰੀ 1995 ਨੂੰ ਆਪਣੀ ਪਹਿਲੀ ਰਿਪੋਰਟ ਪ੍ਰੈਸ ਲਈ ਜਾਰੀ ਕੀਤੀ। ਤੱਥ ਖੋਜ ਕਮੇਟੀ ਨੇ ਇਸ ਰਿਪੋਰਟ ਵਿੱਚ ਆਪਣੇ ਪ੍ਰਮੁੱਖ ਸਰੋਤ ਬਾਬਾ ਭੂਤਨਾਥ ਦਾ ਬਚਾਅ ਕਰਨ ਲਈ ਨਾ ਸਿਰਫ ਉਸ ਦਾ ਹਵਾਲਾ ਦੇਣ ਤੋਂ ਪੂਰੀ ਤਰ੍ਹਾਂ ਸੰਕੋਚ ਕੀਤਾ, ਸਗੋਂ ਰਿਪੋਰਟ ਵਿੱਚ ਜਾਣਬੁੱਝ ਕੇ ਇਹ ਕਿਹਾ ਗਿਆ ਕਿ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਦੇ ਕਰਮਚਾਰੀਆਂ ਨੇ ਕਮੇਟੀ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉੱਥੋਂ ਮਿਲੀ ਸਾਰੀ ਜਾਣਕਾਰੀ ਉਹਨਾਂ ਅੰਮ੍ਰਿਤਸਰ ਦੇ ਜਨਮ ਤੇ ਮੌਤ ਦੇ ਰਜਿਸਟਰ ਦੇ ਖਾਤੇ ਵਿੱਚ ਪਾ ਦਿੱਤੀ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਤੱਥ ਖੋਜ ਕਮੇਟੀ ਆਪਣੀ ਪੜਤਾਲ ਨੂੰ ਨੇਪਰੇ ਚਾੜ੍ਹਨ ਲਈ ਕਿਵੇਂ ਬੋਚ-ਬੋਚ ਕੇ ਕਦਮ ਪੁੱਟ ਰਹੀ ਸੀ। ਉਸ ਪਲੇਠੀ ਰਿਪੋਰਟ ਵਿੱਚੋਂ ਹੇਠ ਲਿਖੇ ਅਹਿਮ ਤੱਥ ਉਘੜ ਕੇ ਸਾਹਮਣੇ ਆਏ ਸਨ। ਦੁਰਗਿਆਣਾ ਮੰਦਿਰ। ਦੁਰਗਿਆਣਾ ਮੰਦਿਰ ਦੇ ਇੱਕੋ ਸ਼ਮਸ਼ਾਨ ਘਾਟ ਵਿੱਚ ਜੂਨ 1984 ਤੋਂ ਲੈ ਕੇ 1994 ਤੱਕ 10 ਸਾਲਾਂ ਵਿੱਚ 2000 ਲਾਸ਼ਾਂ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਸਨ। ਰਿਕਾਰਡ ਅਨੁਸਾਰ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜਕਾਲ ਦੇ ਪਹਿਲੇ ਇੱਕੋ ਸਾਲ ਅੰਦਰ ਪੁਲਿਸ ਨੇ ਇਸ ਸ਼ਮਸ਼ਾਨ ਘਾਟ ਵਿੱਚ 300 ਲਾਸ਼ਾਂ ਲਵਾਰਸ ਕਹਿ ਕੇ ਲਿਆਂਦੀਆਂ ਸਨ, ਜਿਨ੍ਹਾਂ ਚੋਂ 112 ਦੇ ਨਾਂ ਦਿੱਤੇ ਹੋਏ ਸਨ। ਬਾਕੀ 188 ਲਾਸ਼ਾਂ ਅਣਪਛਾਤੀਆਂ ਦੱਸੀਆਂ ਗਈਆਂ ਸਨ। ਇਹਨਾਂ 300 ਲਾਸ਼ਾਂ ਚੋਂ 41 ਜਣੇ ਗੋਲੀਆਂ ਲੱਗਣ ਨਾਲ ਮਰੇ ਦਿਖਾਏ ਗਏ ਸਨ। ਬਾਕੀ 259 ਵਿਅਕਤੀਆਂ ਦੇ ਮਰਨ ਦਾ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਸੀ। 300 ਲਾਸ਼ਾਂ ਚੋਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਸਿਰਫ 24 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਦਿਖਾਇਆ ਗਿਆ ਸੀ। 276 ਲਾਸ਼ਾਂ ਦਾ ਪੋਸਟਮਾਰਟਮ ਕਰਨ ਦੀ ਰਸਮੀ ਕਾਰਵਾਈ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਗਈ ਸੀ। 300 ਲਾਸ਼ਾਂ ਚੋਂ 5 ਲਾਸ਼ਾਂ ਔਰਤਾਂ ਦੀਆਂ ਸਨ, ਜਿਨ੍ਹਾਂ ਚੋਂ ਕੇਵਲ 3 ਦੇ ਹੀ ਨਾਂ ਦਿੱਤੇ ਗਏ ਸਨ। ਬਾਕੀ 2 ਅਣਪਛਾਤੀਆਂ ਕਹਿ ਕੇ ਸਾੜ ਦਿੱਤੀਆਂ ਗਈਆਂ ਸਨ। ਪੱਟੀ ਦੀ ਮਿਊਨਿਸਪਲ ਕਮੇਟੀ ਦਾ ਇੱਕ ਕੌਂਸਲਰ ਸਰਦਾਰ ਰੇਸ਼ਮ ਸਿੰਘ ਅੰਮ੍ਰਿਤਸਰ ਦੇ ਕੇਂਦਰੀ ਸਹਿਕਾਰੀ ਬੈਂਕ ਦਾ ਡਾਇਰੈਕਟਰ ਹੋਣ ਕਰਕੇ ਜਸਵੰਤ ਸਿੰਘ ਦਾ ਚੰਗਾ ਦੋਸਤ ਸੀ। ਉਸਨੇ ਜੈਨ ਸਭਾ ਦੇ ਸ਼ਮਸ਼ਾਨ ਘਾਟ ਤੋਂ ਰਿਕਾਰਡ ਹਾਸਲ ਕਰਨ ਵਿੱਚ ਤੱਥ ਖੋਜ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਸੀ। ਉਸ ਦੀ ਸਹਾਇਤਾ ਨਾਲ ਸ਼ਮਸ਼ਾਨ ਘਾਟ ਦੇ ਰਜਿਸਟਰ ਦੀ ਛਾਣਬੀਣ ਕਰਨ ਤੋਂ ਪਤਾ ਚੱਲਿਆ ਕਿ 1986 ਤੋਂ 1994 ਤੱਕ ਉਸ ਇੱਕੋ ਸ਼ਮਸ਼ਾਨ ਘਾਟ ਵਿੱਚ 1135 ਲਾਸ਼ਾਂ ਦਾ ਸੰਸਕਾਰ ਕੀਤਾ ਗਿਆ ਸੀ। ਜਸਵੰਤ ਸਿੰਘ ਨੇ ਹਿੰਮਤ ਕਰਕੇ ਪੱਟੀ ਦੀ ਲਾਹੌਰ ਰੋਡ ਉੱਤੇ ਲੱਕੜਾਂ ਦੇ ਉਸ ਸਟਾਲ ਨੂੰ ਜਾ ਲੱਭਿਆ, ਜਿੱਥੋਂ ਲਾਸ਼ਾਂ ਦਾ ਸੰਸਕਾਰ ਕਰਨ ਲਈ ਲੱਕੜਾਂ ਖਰੀਦੀਆਂ ਜਾਂਦੀਆਂ ਸਨ। ਉਸ ਨੂੰ ਟਾਲ ਦੇ ਮਾਲਕ ਸੁਖਦੇਵ ਸਿੰਘ ਕੋਲੋਂ ਸ਼ਮਸ਼ਾਨ ਘਾਟ ਨੂੰ ਵੇਚੀਆਂ ਗਈਆਂ ਲੱਕੜਾਂ ਤੇ ਉਸ ਬਦਲੇ ਹਾਸਲ ਕੀਤੇ ਪੈਸਿਆਂ ਦਾ ਮੁਕੰਮਲ ਵੇਰਵਾ ਮਿਲ ਗਿਆ ਸੀ। ਜਸਵੰਤ ਸਿੰਘ ਨੇ ਆਪਣੀ ਸ਼ਖਸੀ ਪ੍ਰਭਾਵ ਦੇ ਆਸਰੇ ਸੁਖਦੇਵ ਸਿੰਘ ਨੂੰ ਇਸ ਬਾਰੇ ਲਿਖਤੀ ਹਲਫਨਾਮਾ ਜਾਣੀ ਕਿ ਐਫੀਡੈਵਿਟ ਦੇਣ ਲਈ ਰਜ਼ਾਮੰਦ ਕਰ ਲਿਆ। ਸੁਖਦੇਵ ਸਿੰਘ ਨੇ 9 ਮਾਰਚ 1993 ਨੂੰ ਜਸਵੰਤ ਸਿੰਘ ਨੂੰ ਇਹ ਲਿਖਤੀ ਐਫੀਡੈਵਿਟ ਦੇ ਦਿੱਤਾ ਸੀ ਕਿ ਉਸ ਨੇ 31 ਜੁਲਾਈ 1999 ਤੋਂ ਲੈ ਕੇ 13 ਮਈ 1990 ਤੱਕ ਪੁਲਿਸ ਕੋਲੋਂ ਲੱਕੜਾਂ ਬਦਲੇ 6,663 ਰੁਪਏ ਵਸੂਲ ਕੀਤੇ ਸਨ ਅਤੇ 1 ਜੂਨ 1990 ਤੋਂ ਲੈ ਕੇ 1 ਅਗਸਤ 1990 ਤੱਕ ਉਸ ਦੀ 2,216 ਰੁਪਏ ਦੀ ਰਕਮ
ਪੁਲਿਸ ਵੱਲ ਬਕਾਇਆ ਸੀ, ਜਿਹੜੀ ਅਜੇ ਉਦੋਂ ਤੱਕ ਅਦਾ ਨਹੀਂ ਕੀਤੀ ਗਈ ਸੀ। ਬਾਅਦ ਵਿੱਚ ਜਾ ਕੇ ਤੱਥ ਖੋਜ ਕਮੇਟੀ ਨੂੰ ਇਹ ਪਤਾ ਚੱਲ ਗਿਆ ਕਿ 1991 ਤੋਂ ਅਕਤੂਬਰ 1994 ਤੱਕ ਪੱਟੀ ਦੇ ਸ਼ਮਸ਼ਾਨ ਘਾਟ ਵਿੱਚ 538 ਲਾਸ਼ਾਂ ਸਾੜੀਆਂ ਗਈਆਂ ਸਨ। ਪੱਟੀ ਦੇ ਸ਼ਮਸ਼ਾਨ ਘਾਟ ਦੇ ਮੁਲਾਜ਼ਮਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਕਿਸੇ ਦਿਨ 2 ਤੇ ਕਿਸੇ ਦਿਨ ਇਕੱਠੀਆਂ ਹੀ 10 ਲਾਸ਼ਾਂ ਆ ਜਾਂਦੀਆਂ ਸਨ। ਲਾਸ਼ਾਂ ਦੇ ਅਦਬ ਸਨਮਾਨ ਦਾ ਰਤੀ ਭਰ ਵੀ ਖਿਆਲ ਨਹੀਂ ਰੱਖਿਆ ਜਾਂਦਾ ਸੀ। ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰਨ ਲਈ ਉਚੇਚੇ ਤੌਰ ਤੇ ਪੱਕੇ ਥੜੇ ਬਣਾਏ ਗਏ ਸਨ, ਪਰ ਅਕਸਰ ਹੀ ਪੱਕੇ ਥੜਿਆਂ ਤੇ ਸੰਸਕਾਰ ਕਰਨ ਦੀ ਜਗ੍ਹਾ ਆਲੇ ਦੁਆਲੇ ਟੋਇਆਂ, ਖਾਲੀਆਂ ਵਿੱਚ ਅਤੇ ਜਾਂ ਉਜਾੜ ਪਈ ਥਾਂ ਤੇ ਲਾਸ਼ਾਂ ਸਾੜ ਕੇ ਗਲੋਂ ਗਲਾਵਾਂ ਲਾ ਦਿੱਤਾ ਜਾਂਦਾ ਸੀ। ਇੱਕ ਮੁਲਾਜ਼ਮ ਜੋ 7 ਕੁ ਮਹੀਨੇ ਪਹਿਲਾਂ ਹੀ ਆਇਆ ਸੀ ਨੇ ਦੱਸਿਆ ਕਿ ਉਸਨੇ ਆ ਕੇ ਜਦੋਂ ਆਲੇ ਦੁਆਲੇ ਦੇ ਖੇਤਾਂ 'ਚ ਲਾਸ਼ਾਂ ਦੇ ਅੱਧ ਸੜੇ ਅੰਗ ਖਿਲਰੇ ਦੇਖੇ ਤਾਂ ਉਸਨੇ ਉਹ ਇਕੱਠੇ ਕਰਕੇ ਬੋਰੇ ਵਿੱਚ ਪਾ ਕੇ ਨੇੜੇ ਪੈਂਦੀ ਰਾਜਸਥਾਨ ਨਹਿਰ ਵਿੱਚ ਰੋੜ ਦਿੱਤੇ ਸਨ। ਇਸੇ ਤਰ੍ਹਾਂ ਇੱਕ ਰਸੂਖਵਾਨ ਕਾਂਗਰਸੀ ਨੇ ਦੱਸਿਆ ਕਿ ਉਸ ਦੇ ਖੇਤ ਸ਼ਮਸ਼ਾਨ ਘਾਟ ਦੇ ਨਾਲ ਲੱਗਦੇ ਨੇ। ਅਕਸਰ ਹੀ ਕੁੱਤੇ ਖੇਤਾਂ ਵਿੱਚ ਅੱਧ ਸੜੀਆਂ ਲਾਸ਼ਾਂ ਧੂਹੀ ਫਿਰਦੇ ਨਜ਼ਰ ਪੈ ਜਾਂਦੇ ਨੇ। ਉਸਨੇ ਕਈ ਵੇਰਾਂ ਅੱਧ ਸੜੇ ਮਨੁੱਖੀ ਅੰਗ ਇਕੱਠੇ ਕਰਕੇ ਆਪ ਦੁਬਾਰਾ ਸਾੜੇ ਸਨ। ਇਸੇ ਤਰੀਕੇ ਨਾਲ ਭਾਈ ਜਸਵੰਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਤਰਨਤਾਰਨ ਦੇ ਸ਼ਮਸ਼ਾਨ ਘਾਟ ਤੋਂ 1915 ਲਾਸ਼ਾਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਸ਼ਮਸ਼ਾਨ ਘਾਟ ਤੋਂ 2967 ਲਾਸ਼ਾਂ ਦੀ ਸੂਚੀ ਮਿਲ ਗਈ ਸੀ। ਸਮੁੱਚੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ 6017 ਲਾਸ਼ਾਂ ਜਿਹੜੀਆਂ ਅਣਪਛਾਤੀਆਂ ਕਹਿ ਕੇ ਸਾੜ ਦਿੱਤੀਆਂ ਗਈਆਂ ਸਨ ਦਾ ਲਿਖਤੀ ਰਿਕਾਰਡ ਮਿਲ ਗਿਆ ਸੀ। ਇਸ ਤੋਂ ਥੋੜੇ ਦਿਨਾਂ ਬਾਅਦ ਸਰਦਾਰ ਜਸਪਾਲ ਸਿੰਘ ਢਿੱਲੋਂ, ਭਾਈ ਜਸਵੰਤ ਸਿੰਘ ਖਾਲੜਾ ਤੇ ਭਾਈ ਅਮਰੀਕ ਸਿੰਘ ਮੁਕਤਸਰ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਬੁਲਾ ਕੇ ਹੇਠ ਦਿੱਤਾ ਲਿਖਤੀ ਬਿਆਨ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਜ਼ੁਬਾਨਾਂ ਵਿੱਚ ਜਾਰੀ ਕੀਤਾ ਸੀ। 1991 ਤੋਂ ਲੈ ਕੇ ਅੱਜ ਤੱਕ ਲਗਭਗ 25,000 ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਲਵਾਰਸ ਕਰਾਰ ਦੇ ਕੇ ਪੰਜਾਬ ਦੇ ਵੱਖ-ਵੱਖ ਮਿਊਨਿਸਪਲ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤੀਆਂ ਗਈਆਂ ਨੇ ਅਤੇ ਲਗਭਗ ਇਤਨੀਆਂ ਹੀ ਲਾਸ਼ਾਂ ਦਰਿਆਵਾਂ ਤੇ ਨਹਿਰਾਂ ਵਿੱਚ ਰੋੜ ਦਿੱਤੀਆਂ ਗਈਆਂ ਹੋਣ ਦੇ ਸ਼ੰਕੇ ਨੇ। ਮਨੁੱਖੀ ਅਧਿਕਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਵਾਰਸ ਲਾਸ਼ਾਂ ਦੇ ਭਿਆਨਕ ਕਾਂਡ ਦੀ ਤਹਿ ਤੱਕ ਜਾਣ ਲਈ ਸ਼ੁਰੂ ਕੀਤੀ ਜਾਂਚ ਨੇ ਜਥੇਬੰਦੀ ਦੀ ਮੁੱਢਲੀ ਜਾਂਚ ਦੇ ਅੰਦਾਜ਼ਿਆਂ ਨੂੰ ਮਾਤ ਪਾ ਦਿੱਤੀ ਹੈ। ਪੰਜਾਬ ਦੀ ਇੱਕ ਤਹਿਸੀਲ ਪੱਟੀ, ਜਿਸ ਦੀ ਕੁੱਲ ਆਬਾਦੀ ਲਗਭਗ 1,50,000 ਦੇ ਕਰੀਬ ਹੈ ਅਤੇ ਜਿਸ ਵਿੱਚ ਸਿਰਫ 2 ਅਸੈਂਬਲੀ ਹਲਕੇ ਪੈਂਦੇ ਨੇ, ਅੰਦਰਲੀ ਜਾਂਚ ਨੂੰ ਮੁਕੰਮਲ ਕਰਨ ਤੇ ਮਨੁੱਖੀ ਅਧਿਕਾਰ ਵਿੰਗ ਦੀ ਜਾਂਚ ਕਮੇਟੀ ਨੇ ਦਿਲ ਕੰਬਾਊ ਸਿੱਟੇ ਕੱਢੇ ਨੇ। ਜਾਂਚ ਕਮੇਟੀ ਵੱਲੋਂ ਮਿਊਨਿਸਪਲ ਸ਼ਮਸ਼ਾਨ ਘਾਟ ਪੱਟੀ ਅੰਦਰ ਸਾੜੀਆਂ ਗਈਆਂ 538 ਲਾਸ਼ਾਂ ਦਾ ਦਸਤਾਵੇਜ਼ੀ ਸਬੂਤ ਦੁਨੀਆ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਵੱਖ-ਵੱਖ ਥਾਣਿਆਂ ਤੋਂ ਲਿਆ ਕੇ ਪੱਟੀ ਸ਼ਮਸ਼ਾਨ ਘਾਟ ਵਿੱਚ ਸਾੜੀਆਂ ਗਈਆਂ ਨੇ। ਇਨ੍ਹਾਂ 538 ਲਾਸ਼ਾਂ ਵਿੱਚੋਂ ਸਭ ਤੋਂ ਵੱਧ 115 ਲਾਸ਼ਾਂ ਪੱਟੀ ਥਾਣੇ ਤੋਂ, 103 ਭਿੱਖੀਵਿੰਡ ਤੋਂ, 101 ਵਲਟੋਹਾ ਥਾਣੇ ਤੋਂ, 61 ਖਾਲੜਾ ਥਾਣੇ ਤੋਂ, 50 ਹਰੀਕੇ ਥਾਣੇ ਤੋਂ, 35 ਖੇਮਕਰਨ ਥਾਣੇ ਤੋਂ, 9 ਕੱਚਾ ਪੱਕਾ ਥਾਣੇ ਤੋਂ, 5 ਲਾਸ਼ਾਂ ਸਬਰਾ ਤੇ ਕੈਰੋਂ ਪੁਲਿਸ ਚੌਂਕੀ ਤੋਂ ਅਤੇ 2 ਲਾਸ਼ਾਂ ਘਰਿਆਲਾ ਪੁਲਿਸ ਚੌਂਕੀ ਤੋਂ ਲਿਆ ਕੇ ਇਸ ਸ਼ਮਸ਼ਾਨ ਘਾਟ ਵਿੱਚ ਸਾੜੀਆਂ ਗਈਆਂ। 52 ਲਾਸ਼ਾਂ ਦੇ ਸਾੜੇ ਜਾਣ ਦਾ ਪਤਾ ਸਿਰਫ ਲੱਕੜਾਂ ਦੇ ਬਿੱਲਾਂ ਤੋਂ ਲੱਗਿਆ। ਇਹ ਲਾਸ਼ਾਂ 1991 ਤੋਂ 1994 ਦੇ ਸਮੇਂ ਦੀਆਂ ਨੇ ਅਤੇ ਇਸ ਤੋਂ ਪਹਿਲਾਂ ਸਾੜੀਆਂ ਗਈਆਂ ਲਾਸ਼ਾਂ ਦਾ ਵਰਣਨ ਉੱਥੇ ਮੌਜੂਦ ਰਿਕਾਰਡ ਵਿੱਚ ਨਹੀਂ ਕੀਤਾ ਗਿਆ। ਜਾਂਚ ਕਮੇਟੀ ਨੂੰ ਮਿਊਨਿਸਪਲ ਸ਼ਮਸ਼ਾਨ ਘਾਟ ਦੇ ਆਸ-ਪਾਸ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਇਹ ਮੁਸ਼ਕਲ ਆਉਂਦੀ ਸੀ ਕਿ ਲਾਸ਼ਾਂ ਦੇ ਟੁਕੜੇ ਕੁੱਤੇ ਚੁੱਕੀ ਫਿਰਦੇ ਸਨ ਅਤੇ ਕਈ ਵਾਰ ਉਹਨਾਂ ਦੇ ਘਰਾਂ ਤੱਕ ਮਨੁੱਖੀ ਲੱਤਾਂ ਬਾਹਾਂ ਖਿੱਲਰ ਜਾਂਦੀਆਂ ਸਨ। ਸ਼ਹਿਰ ਦੇ ਇੱਕ ਪਤਵੰਤੇ, ਜੋ ਕਿ ਇੱਕ ਕਾਂਗਰਸੀ ਮੈਂਬਰ ਪਾਰਲੀਮੈਂਟ ਦਾ ਨਜ਼ਦੀਕੀ ਸਾਥੀ ਹੈ
ਅਤੇ ਜਿਸ ਦੀ ਜ਼ਮੀਨ ਇਸ ਸ਼ਮਸ਼ਾਨ ਘਾਟ ਦੇ ਨਾਲ ਲੱਗਦੀ ਹੈ ਨੇ ਦੱਸਿਆ ਕਿ ਕਈ ਵਾਰ ਇਹ ਅੱਧ ਸੜੀਆਂ ਲੱਤਾਂ ਬਾਹਾਂ ਇਕੱਠੀਆਂ ਕਰਕੇ ਲੋਕ ਆਪ ਦੁਬਾਰਾ ਸੰਸਕਾਰ ਕਰਦੇ ਸਨ। ਜਾਂਚ ਕਮੇਟੀ ਨੂੰ ਲੋਕਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਲਾਸ਼ਾਂ ਪੁਲਿਸ ਵੱਲੋਂ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਰਾਜਸਥਾਨ ਨਹਿਰ ਵਿੱਚ ਰੋੜੀਆਂ ਜਾਂਦੀਆਂ ਰਹੀਆਂ ਨੇ, ਜਿਸ ਤੋਂ ਕਮੇਟੀ ਇਸ ਸਿੱਟੇ ਤੇ ਪੁੱਜੀ ਹੈ ਕਿ ਇਕੱਲੀ ਬੇਅੰਤ ਸਰਕਾਰ ਦੇ ਸਮੇਂ ਦੌਰਾਨ ਹੀ ਪੱਟੀ ਤਹਿਸੀਲ ਵਿੱਚੋਂ ਲਗਭਗ 1000 ਤੋਂ ਵੱਧ ਲਾਸ਼ਾਂ ਖੁਰਦ-ਬੁਰਦ ਕੀਤੀਆਂ ਗਈਆਂ ਨੇ ਅਤੇ ਇਹਨਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1985 ਤੋਂ ਲੈ ਕੇ 1995 ਤੱਕ ਇਹ ਗਿਣਤੀ ਦੁੱਗਣੀ ਹੋ ਸਕਦੀ ਹੈ। ਜ਼ਿਲ੍ਹੇ ਦੀਆਂ 5 ਤਹਿਸੀਲਾਂ ਵਿੱਚ ਕਿਉਂਕਿ ਇੱਕੋ ਜਿਹਾ ਕਤਲੇਆਮ ਕੀਤਾ ਗਿਆ, ਜਿਸ ਕਰਕੇ ਸਮੁੱਚੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਾਪਤਾ ਕੀਤੇ ਲੋਕਾਂ ਤੇ ਲਵਾਰਿਸ ਲਾਸ਼ਾਂ ਦੀ ਗਿਣਤੀ 10,000 ਤੱਕ ਪਹੁੰਚ ਸਕਦੀ ਹੈ। ਇਹ ਅੰਕੜੇ ਪੰਜਾਬ ਵਿੱਚ ਵੱਖ-ਵੱਖ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਪ੍ਰਗਟਾਏ ਸ਼ੰਕਿਆਂ ਨੂੰ ਸਹੀ ਕਰਾਰ ਦਿੰਦੇ ਨੇ ਕਿ 50,000 ਤੋਂ ਵੱਧ ਨੌਜਵਾਨ ਪੁਲਿਸ ਵੱਲੋਂ ਲਾਪਤਾ ਕਰ ਦਿੱਤੇ ਗਏ ਨੇ। ਮਨੁੱਖੀ ਅਧਿਕਾਰ ਵਿੰਗ ਇਸ ਮਨੁੱਖੀ ਕਤਲੇਆਮ ਭਾਵ ਨਸਲਕੁਸ਼ੀ ਦੀ ਗਹਿਰਾਈ ਵਿੱਚ ਖੋਜ ਕਰਨ ਤੋਂ ਬਾਅਦ ਇਸ ਸਿੱਟੇ ਤੇ ਪੁੱਜਿਆ ਕਿ ਇਸ ਕਾਂਡ ਨੇ 70ਵਿਆਂ ਵਿੱਚ ਕੰਪੂਚੀਆਂ ਅੰਦਰ ਖੁਮੇਰ ਰੂਜ, ਜੋ ਕਿ ਕੰਪੂਚੀਆਂ ਦੀ ਹੁਕਮਰਾਨ ਕਮਿਊਨਿਸਟ ਪਾਰਟੀ ਦਾ ਨਾਂ ਹੈ, ਦੀ ਪੋਲ ਪੋਟ ਸਰਕਾਰ ਸਮੇਂ ਕੀਤੇ ਕਤਲੇਆਮ ਨੂੰ ਵੀ ਮਾਤ ਪਾ ਦਿੱਤਾ ਹੈ। ਪੋਲ ਪੋਟ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਦੁਨੀਆ ਦੇ ਸਾਹਮਣੇ ਉਦੋਂ ਨੰਗੀ ਹੋ ਗਈ ਸੀ ਜਦੋਂ ਉੱਥੋਂ ਦੇ ਸ਼ਮਸ਼ਾਨ ਘਾਟਾਂ ਵਿੱਚ ਸਮੂਹਕ ਤੌਰ ਤੇ ਦਫਨਾਏ ਗਏ ਸੈਂਕੜੇ ਮਨੁੱਖੀ ਪਿੰਜਰ ਕੱਢੇ ਗਏ ਸਨ। ਮਨੁੱਖੀ ਅਧਿਕਾਰ ਵਿੰਗ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਹਨਾਂ ਹਜ਼ਾਰਾਂ ਲਵਾਰਿਸ ਲਾਸ਼ਾਂ ਦੀ ਅਸਲੀਅਤ ਦੁਨੀਆ ਸਾਹਮਣੇ ਲਿਆਉਣ ਲਈ ਇਸ ਕੇਸ ਵਿੱਚ ਸਾਡੀ ਮਦਦ ਕਰਨ। ਵਿੰਗ ਭਾਰਤ ਦੀਆਂ ਕੌਮੀ ਰਾਜਨੀਤਿਕ ਪਾਰਟੀਆਂ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਇਸ ਦੁਖਦਾਈ ਕਾਂਡ ਦਾ ਮੁੱਦਾ ਭਾਰਤ ਦੀ ਪਾਰਲੀਮੈਂਟ ਵਿੱਚ ਉਠਾਉਣ ਅਤੇ ਇਸ ਦੀ ਜਾਂਚ ਲਈ ਪਾਰਲੀਮੈਂਟ ਮੈਂਬਰਾਂ ਦੇ ਵਫਦ ਨੂੰ ਪੰਜਾਬ ਭੇਜਣ ਦੀ ਮੰਗ ਕਰਦਾ ਹੈ। ਮਨੁੱਖੀ ਅਧਿਕਾਰ ਵਿੰਗ ਭਾਰਤੀ ਸਰਕਾਰ ਕੋਲੋਂ ਇਹ ਵੀ ਮੰਗ ਕਰਦਾ ਹੈ ਕਿ ਪੰਜਾਬ ਭਰ ਦੇ ਮਿਊਨਿਸਪਲ ਸ਼ਮਸ਼ਾਨ ਘਾਟਾਂ ਵਿੱਚ ਸਾੜੀਆਂ ਗਈਆਂ ਲਾਸ਼ਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਜਾਣ ਤਾਂ ਕਿ ਲਾਪਤਾ ਕੀਤੇ ਗਏ ਨੌਜਵਾਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੇ ਜਿਉਂਦੇ ਜਾਂ ਮਰੇ ਹੋਣ ਦੀ ਸਹੀ ਜਾਣਕਾਰੀ ਮਿਲ ਸਕੇ, ਤਾਂ ਜੋ ਉਹ ਉਹਨਾਂ ਦੀਆਂ ਅੰਤਮ ਰਸਮਾਂ ਪੂਰੀਆਂ ਕਰ ਸਕਣ। ਅੰਗਰੇਜ਼ੀ ਦੇ ਪ੍ਰਮੁੱਖ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਜਸਵੰਤ ਸਿੰਘ ਖਾਲੜਾ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ 3 ਫਰਵਰੀ 1995 ਨੂੰ ਪੱਟੀ ਬਾਰੇ ਵੱਡੀ ਖਬਰ ਛਾਪ ਕੇ ਸੰਸਾਰ ਦੇ ਲੋਕਾਂ ਨੂੰ ਸਿੱਖਾਂ ਦੀ ਸਿਲਸਿਲੇਬੱਧ ਢੰਗ ਨਾਲ ਹੋ ਰਹੀ ਨਸਲਕੁਸ਼ੀ ਤੋਂ ਜਾਣੂ ਕਰਵਾਇਆ ਸੀ। ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਵਿਖੇ ਲਾਸ਼ਾਂ ਦਾ ਦਾਹ ਸੰਸਕਾਰ ਕਰਨ ਵਾਲੇ ਮੁਲਾਜ਼ਮ ਬਾਬਾ ਭੂਤਨਾਥ ਨੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ SP ਸਿੰਘ ਪੰਨੂ ਨੂੰ ਦੱਸਿਆ ਸੀ ਕਿ 1992-93 ਦੌਰਾਨ ਰੋਜ਼ਾਨਾ 5-6 ਲਾਸ਼ਾਂ ਅਣਪਛਾਤੀਆਂ ਕਹਿ ਕੇ ਸਾੜੀਆਂ ਜਾਂਦੀਆਂ ਰਹੀਆਂ। ਤਰਨਤਾਰਨ ਵਿਖੇ ਕਦੇ-ਕਦੇ 7-8 ਲਾਸ਼ਾਂ ਇਕੱਠੀਆਂ ਸਾੜੀਆਂ ਗਈਆਂ। ਕਈ ਨੌਜਵਾਨਾਂ ਨੂੰ ਤਾਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਰੇਆਮ ਘਰਾਂ ਤੋਂ ਚੁੱਕ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਤੋਂ ਬਾਅਦ ਅਣਪਛਾਤੇ ਕਹਿ ਕੇ ਸਾੜ ਦਿੱਤਾ ਗਿਆ। ਮੜੀਆਂ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ। ਭਾਈ ਜਸਵੰਤ ਸਿੰਘ ਨੇ ਪ੍ਰੈਸ ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਜਦ ਅਸੀਂ ਪੜਤਾਲ ਕਰਨ ਲਈ ਮੜੀਆਂ ਵਿੱਚ ਗਏ ਤਾਂ ਪਤਾ ਲੱਗਾ ਕਿ ਪੁਲਿਸ ਵੱਲੋਂ ਗਾਲੀਆਂ ਤੇ ਸਾੜੀਆਂ ਇਹਨਾਂ ਲਾਸ਼ਾਂ ਨਾਲ ਮਿਊਨਿਸਪਲ ਕਮੇਟੀਆਂ ਨੇ ਵੀ ਘੱਟ ਨਹੀਂ ਗੁਜ਼ਾਰੀ। ਕਾਨੂੰਨ ਮੁਤਾਬਕ ਸ਼ਮਸ਼ਾਨ ਘਾਟ ਵਿੱਚ ਲਾਸ਼ਾਂ ਦਾ ਸੰਸਕਾਰ ਕਰਨ ਲਈ ਜੋ ਲੱਕੜਾਂ ਖਰੀਦੀਆਂ ਜਾਂਦੀਆਂ ਨੇ ਅਤੇ ਇਸ ਬਦਲੇ ਜਿਹੜੀ ਰਾਸ਼ੀ ਅਦਾ ਕੀਤੀ ਜਾਂਦੀ ਹੈ, ਉਸ ਦਾ ਰਜਿਸਟਰ ਅੰਦਰ ਬਕਾਇਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਪਰ ਅਸੀਂ ਦੇਖਿਆ ਕਿ ਮਿਊਨਿਸਪਲ ਕਰਮਚਾਰੀ ਕਾਗਜ਼ਾਂ ਵਿੱਚ ਬਾਲਣ 3 ਕੁਇੰਟਲ ਪ੍ਰਤੀ ਲਾਸ਼ ਲਿਖਦੇ, ਪਰ ਕਈ ਵਾਰ ਲਾਸ਼ਾਂ ਦੇ ਇਕੱਠੇ ਢੇਰ ਨੂੰ 2 ਕੁਇੰਟਲ ਪ੍ਰਤੀ ਲਾਸ਼ ਨਾਲ ਹੀ ਸੰਸਕਾਰ ਕਰਕੇ ਬਾਲਣ ਦੇ ਪੈਸੇ ਹਜ਼ਮ ਕਰ ਜਾਂਦੇ ਸਨ। ਸੰਸਕਾਰ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ
ਕਿ ਉਹ ਅਕਸਰ ਹੀ ਅੱਧ ਸੜੀਆਂ ਲਾਸ਼ਾਂ ਨਹਿਰਾਂ ਤੇ ਡਰੇਨਾਂ ਵਿੱਚ ਸੁੱਟ ਕੇ ਮੜੀਆਂ ਦੀ ਸਫਾਈ ਕਰ ਦਿੰਦੇ ਸਨ ਅਤੇ ਜਦ ਕਿਤੇ ਵਾਰਸ ਇਹਨਾਂ ਮੜੀਆਂ ਤੋਂ ਜਾ ਕੇ ਫੁੱਲਾਂ ਦੀ ਮੰਗ ਕਰਦੇ ਤਾਂ ਦੱਸਿਆ ਜਾਂਦਾ ਕਿ ਇਹ ਫੁੱਲ ਆਮ ਤੌਰ ਤੇ ਗੰਦੇ ਨਾਲੇ ਵਿੱਚ ਸੁੱਟ ਦਿੱਤੇ ਜਾਂਦੇ ਸਨ। ਸਭ ਤੋਂ ਦਰਦਨਾਕ ਗੱਲ ਇਹ ਸੀ ਕਿ ਸ਼ਹਿਰਾਂ ਦੇ ਬਾਹਰਲੇ ਹਿੱਸਿਆਂ ਵਿੱਚ ਪੈਂਦੇ ਸ਼ਮਸ਼ਾਨ ਘਾਟਾਂ ਅੰਦਰ ਇਹਨਾਂ ਅੱਧ ਸੜੀਆਂ ਲਾਸ਼ਾਂ ਦੀਆਂ ਲੱਤਾਂ ਬਾਹਾਂ ਕੁੱਤਿਆਂ ਵੱਲੋਂ ਧੂਹੀ ਫਿਰਦੇ ਦੇਖ ਕੇ ਆਸ-ਪਾਸ ਰਹਿੰਦੇ ਲੋਕ ਇਹਨਾਂ ਅੱਧ ਸੜੇ ਅੰਗਾਂ ਨੂੰ ਦੁਬਾਰਾ ਇਕੱਠੇ ਕਰਕੇ ਆਪ ਮੁੜ ਸੰਸਕਾਰ ਦੇ ਇੰਤਜ਼ਾਮ ਕਰਦੇ ਸਨ। ਭਾਈ ਜਸਵੰਤ ਸਿੰਘ ਖਾਲੜਾ ਨੇ ਇੰਗਲੈਂਡ ਵਿਖੇ 2 ਅਖਬਾਰਾਂ ਦੇ ਸੰਪਾਦਕਾਂ ਨਾਲ ਅਲੱਗ-ਅਲੱਗ ਗੱਲ ਕਰਦਿਆਂ ਅਤਿਅੰਤ ਦੁਖੀ ਲਹਿਜੇ ਵਿੱਚ ਕਿਹਾ ਸੀ, ਸਾਡੇ ਸੱਭਿਆਚਾਰ ਵਿੱਚ ਲਾਸ਼ਾਂ ਨੂੰ ਸਤਿਕਾਰ ਨਾਲ ਮੱਥਾ ਟੇਕਿਆ ਜਾਂਦਾ ਹੈ, ਪਰ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਜੋ ਵਿਹਾਰ ਇਸ ਸਮੇਂ ਕੀਤਾ ਗਿਆ ਹੈ, ਇਸ ਦੀ ਪੂਰੀ ਕਹਾਣੀ ਜਦ ਅਸੀਂ ਤਿਆਰ ਕਰਾਂਗੇ ਤਾਂ ਇਤਿਹਾਸ ਵੀ ਸ਼ਰਮਸਾਰ ਹੋਵੇਗਾ। ਭਾਈ ਖਾਲੜਾ ਨੇ ਉਮੀਦ ਜਤਾਈ ਸੀ ਕਿ ਇਸ ਘਿਨਾਉਣੀ ਨਸਲਕੁਸ਼ੀ ਦੀ ਅਸਲੀਅਤ ਸਾਹਮਣੇ ਆਉਣ ਤੇ ਭਾਰਤੀ ਰਾਜਨੀਤੀ ਦਾ ਅਸਲੀ ਚਿਹਰਾ ਨੰਗਾ ਹੋਵੇਗਾ। ਸਰਕਾਰੀ ਅੱਤਵਾਦ ਦੀ ਭਿਆਨਕ ਤਸਵੀਰ ਸਾਹਮਣੇ ਆਵੇਗੀ ਤੇ ਕਤਲੇਆਮ ਦੇ ਜ਼ਿੰਮੇਵਾਰ ਪੁਲਿਸ ਅਫਸਰ ਕਟਹਿਰੇ ਵਿੱਚ ਖੜੇ ਹੋਣਗੇ। ਭਾਈ ਸਾਹਿਬ ਦਾ ਇਹ ਬਿਆਨ ਪੰਜਾਬ ਟਾਈਮਜ਼ ਤੇ ਦੇਸ਼ ਪ੍ਰਦੇਸ਼ ਲੰਡਨ ਵਿੱਚ ਛਪਿਆ ਸੀ। ਉਪਰੋਕਤ ਲਿਖਤੀ ਸਬੂਤ ਲੈ ਕੇ ਮਨੁੱਖੀ ਅਧਿਕਾਰ ਵਿੰਗ ਦੇ ਆਗੂਆਂ ਭਾਈ ਜਸਵੰਤ ਸਿੰਘ ਖਾਲੜਾ, ਸਰਦਾਰ ਜਸਪਾਲ ਸਿੰਘ ਢਿੱਲੋਂ ਤੇ ਅਮਰੀਕ ਸਿੰਘ ਮੁਕਤਸਰ ਤੇ ਹੋਰਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਤਤਕਾਲੀ ਗਵਰਨਰ ਦਾ ਦਰਵਾਜ਼ਾ ਖੜਕਾਇਆ। ਜਦੋਂ ਉੱਥੇ ਕੋਈ ਸੁਣਵਾਈ ਨਾ ਹੋਈ ਤਾਂ ਉਹਨਾਂ ਨੇ 15 ਜਨਵਰੀ ਨੂੰ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ। ਇਸ ਦੇ ਨਾਲ ਹੀ ਉਹ ਪੰਜਾਬ ਤੋਂ ਲੋਕ ਸਭਾ ਲਈ ਚੁਣੇ ਗਏ ਪਾਰਲੀਮੈਂਟ ਦੇ ਮੈਂਬਰਾਂ ਨੂੰ ਜਾ ਕੇ ਮਿਲੇ ਅਤੇ ਉਹਨਾਂ ਅੱਗੇ ਇਨਸਾਫ ਦੀ ਲੜਾਈ ਵਿੱਚ ਮਦਦ ਕਰਨ ਲਈ ਵਾਸਤਾ ਪਾਇਆ। ਪਰ ਉਹਨਾਂ ਨੂੰ ਨਾ ਗਵਰਨਰ ਕੋਲੋਂ, ਨਾ ਹਾਈ ਕੋਰਟ ਕੋਲੋਂ ਤੇ ਨਾ ਹੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਕੋਲੋਂ ਕੋਈ ਹਾਂ ਪੱਖੀ ਹੁੰਗਾਰਾ ਮਿਲਿਆ। ਰਾਜ ਦੇ ਸਭਨਾਂ ਅਦਾਰਿਆਂ, ਅੰਗਾਂ ਤੇ ਉੱਚ ਅਧਿਕਾਰੀਆਂ ਅੰਦਰ ਇਨਸਾਨੀਅਤ ਮਰ ਚੁੱਕੀ ਸੀ। ਮੌਤਾਂ ਦੀ ਬੋਲੀ। ਉਸ ਸਮੇਂ ਦੌਰਾਨ ਹੀ ਲਾਲਾ ਜਗਤ ਨਾਰਾਇਣ ਦੇ ਅਖਬਾਰ ਸਮੂਹ ਪੰਜਾਬ ਕੇਸਰੀ ਗਰੁੱਪ ਦੀ ਪਹਿਲ ਕਦਮੀ ਨਾਲ ਸਿੱਖ ਖਾੜਕੂਆਂ ਹੱਥੋਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਅੱਤਵਾਦ ਪੀੜਤ ਪਰਿਵਾਰਾਂ ਦਾ ਨਾਂ ਦੇ ਕੇ ਉਹਨਾਂ ਦੀ ਇੱਕ ਜਥੇਬੰਦੀ ਬਣਾਉਣ ਦਾ ਅਡੰਬਰ ਰਚਿਆ ਗਿਆ ਸੀ। ਇਸ ਜਥੇਬੰਦੀ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਸੀ। ਇਸ ਜਥੇਬੰਦੀ ਦੇ ਨਾਂ ਹੇਠਾਂ ਪੰਜਾਬ ਕੇਸਰੀ ਗਰੁੱਪ ਦੇ ਦਫ਼ਤਰ ਵਿੱਚ ਹਰ ਥੋੜੇ ਵਕਫੇ ਬਾਅਦ ਵੱਡਾ ਸਮਾਗਮ ਕੀਤਾ ਜਾਂਦਾ ਸੀ, ਜਿਸ ਵਿੱਚ ਦੇਸ਼ ਭਰ ਦੇ ਪ੍ਰਮੁੱਖ ਰਾਜਸੀ ਆਗੂਆਂ, ਉੱਚ ਪੁਲਿਸ ਅਫਸਰਾਂ, ਚੋਟੀ ਦੇ ਸਰਕਾਰੀ ਅਧਿਕਾਰੀਆਂ ਅਤੇ ਸਮਾਜ ਦੇ ਹਰ ਖੇਤਰ ਦੀਆਂ ਨਾਮਵਰ ਹਸਤੀਆਂ ਨੂੰ ਬੁਲਾਇਆ ਜਾਂਦਾ ਸੀ। ਸਮਾਗਮ ਅੰਦਰ ਖਾੜਕੂ ਸੰਘਰਸ਼ ਤੇ ਸਿੱਖ ਕੌਮ ਵਿਰੁੱਧ ਜ਼ਹਿਰੀਲਾ ਭੰਡੀ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਅੱਤਵਾਦ ਤੋਂ ਪੀੜਤ ਪਰਿਵਾਰਾਂ ਨੂੰ ਮਾਇਕ ਤੇ ਪਦਾਰਥਕ ਸਹਾਇਤਾ ਦੇ ਖੁੱਲ੍ਹੇ ਗੱਫੇ ਵੰਡੇ ਜਾਂਦੇ ਸਨ, ਜਿਸ ਦੇ ਵਾਸਤੇ ਸਰਕਾਰੀ ਖਜ਼ਾਨੇ ਦੀ ਬੇਦਰੇਗ ਵਰਤੋਂ ਕੀਤੀ ਜਾਂਦੀ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਮੌਤਾਂ ਦੇ ਮਾਮਲੇ ਵਿੱਚ ਇਸ ਸਰੀਹਨ ਵਿਤਕਰੇਬਾਜ਼ੀ ਤੇ ਰਾਜਸੀ ਅਨਾਚਾਰ ਦੇ ਵਿਰੁੱਧ ਗੁੱਸੇ ਭਰਿਆ ਬਿਆਨ ਜਾਰੀ ਕੀਤਾ ਸੀ। ਉਸਨੇ ਕਿਹਾ ਸੀ ਕਿ ਮੌਤਾਂ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਸਰਕਾਰੀ ਵਿਤਕਰੇਬਾਜ਼ੀ ਦਾ ਪਰਦਾਫਾਸ਼ ਕਰਨ ਲਈ ਮਨੁੱਖੀ ਅਧਿਕਾਰ ਵਿੰਗ ਵੱਲੋਂ ਵੀ ਲਵਾਰਸ ਲਾਸ਼ਾਂ ਦੇ ਪਰਿਵਾਰਾਂ ਦੀ ਜਥੇਬੰਦੀ ਬਣਾਈ ਜਾਵੇਗੀ। ਉਸਨੇ ਕਿਹਾ ਸੀ, ਸਰਕਾਰ ਲੋਕਾਂ ਦੇ ਇੱਕ ਵਰਗ ਨੂੰ ਅੱਤਵਾਦ ਪੀੜਤ ਪਰਿਵਾਰਾਂ ਦਾ ਨਾਂ ਦੇ ਕੇ ਉਹਨਾਂ ਉੱਤੇ ਸਰਕਾਰੀ ਖਜ਼ਾਨੇ 'ਚੋਂ ਹਰ ਸਾਲ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਇਹਨਾਂ ਵਿੱਚੋਂ ਕੋਈ ਵੀ ਸਰਕਾਰੀ ਜ਼ਬਰ ਤੋਂ ਪੀੜਤ ਨਹੀਂ ਹੈ, ਪਰ ਦੂਜੇ ਪਾਸੇ ਸਰਕਾਰੀ ਜ਼ਬਰ ਦੇ ਸ਼ਿਕਾਰ ਹਜ਼ਾਰਾਂ ਪਰਿਵਾਰਾਂ ਉੱਤੇ ਉਲਟਾ ਜ਼ਬਰ ਢਾਇਆ ਜਾ ਰਿਹਾ ਹੈ। ਸਰਕਾਰੀ ਖਜ਼ਾਨੇ ਨੂੰ ਘਰੇਲੂ ਫੰਡ ਵਾਂਗ ਵਰਤਿਆ ਜਾ ਰਿਹਾ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਹਿਊਮਨ ਰਾਈਟਸ ਵਿੰਗ
ਸਰਕਾਰੀ ਜ਼ਬਰ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ ਦਿਵਾਉਣ ਲਈ UNO, ਰੈੱਡ ਕਰਾਸ, ਐਮਨੈਸਟੀ ਇੰਟਰਨੈਸ਼ਨਲ ਤੇ ਹੋਰਨਾਂ ਕੌਮਾਂਤਰੀ ਸੰਸਥਾਵਾਂ ਅੱਗੇ ਅਰਜ਼ੋਈ ਕਰੇਗਾ। ਇਸ ਦਿਸ਼ਾ ਵਿੱਚ ਅਮਲੀ ਕਦਮ ਪੁੱਟਦਿਆਂ ਉਪਰੋਕਤ ਸੰਸਥਾਵਾਂ ਨੂੰ ਪੰਜਾਬ ਅੰਦਰ ਮਨੁੱਖੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਬਾਰੇ ਠੋਸ ਤੱਥਾਂ ਉੱਤੇ ਆਧਾਰਿਤ ਰਿਪੋਰਟਾਂ ਭੇਜੀਆਂ ਗਈਆਂ ਸਨ। ਬੁੱਚੜ ਪੁਲਿਸ ਅਫਸਰਾਂ ਵੱਲੋਂ ਧਮਕੀਆਂ। ਪੰਜਾਬ ਦੇ ਤਤਕਾਲੀ ਪੁਲਿਸ ਮੁਖੀ KPS ਗਿੱਲ ਨੇ 18 ਜਨਵਰੀ 1995 ਨੂੰ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਨੁੱਖੀ ਅਧਿਕਾਰ ਵਿੰਗ ਦੇ ਲਵਾਰਿਸ ਲਾਸ਼ਾਂ ਨੂੰ ਸਾੜਨ ਦੇ ਦਾਅਵੇ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਸੀ। ਉਸਨੇ ਪੂਰੀ ਬੇਹਯਾਈ ਨਾਲ ਇਹ ਝੂਠ ਬੋਲਿਆ ਸੀ ਕਿ ਗੁੰਮ ਹੋਏ ਨੌਜਵਾਨ ਅਸਲ ਵਿੱਚ ਬਾਹਰਲੇ ਮੁਲਕਾਂ ਵਿੱਚ ਸ਼ਰਨ ਲਈ ਬੈਠੇ ਨੇ। ਉਹ ਇਹ ਦਾਅਵਾ ਕਰਨ ਤੱਕ ਚਲਾ ਗਿਆ ਸੀ ਕਿ ਅਸੀਂ ਲਾਪਤਾ ਵਿਅਕਤੀਆਂ ਦੀਆਂ ਸੂਚੀਆਂ ਬਣਾਈਆਂ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਬਾਹਰ ਚਲੇ ਗਏ ਨੇ। ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਪੂਰੀ ਜਾਣਕਾਰੀ ਹੈ। ਪਾਕਿਸਤਾਨ ਦੀ ਖੂਫੀਆ ਏਜੰਸੀ ISI ਪੰਜਾਬ ਵਿੱਚ ਖਾੜਕੂਵਾਦ ਨੂੰ ਸੁਰਜੀਤ ਕਰਨ ਦੇ ਯਤਨ ਕਰ ਰਹੀ ਹੈ। ਪੁਲਿਸ ਬਾਰੇ ਲੋਕਾਂ ਦੇ ਦਿਲਾਂ 'ਚੋਂ ਗਲਤਫਹਿਮੀਆਂ ਦੂਰ ਕਰਨ ਲਈ ਅਸੀਂ ਪੰਚਾਇਤਾਂ ਨਾਲ ਤੇ ਵਿਦਿਆਰਥੀਆਂ ਨਾਲ ਮੇਲ-ਜੋਲ ਵਧਾ ਰਹੇ ਹਾਂ। ਮਨੁੱਖੀ ਅਧਿਕਾਰ ਜਥੇਬੰਦੀਆਂ ਦੀਆਂ ਰਿਪੋਰਟਾਂ ਪੂਰੀ ਤਰ੍ਹਾਂ ਗੁੰਮਰਾਹਕੁੰਨ ਹਨ। ਪੰਜਾਬ ਵਿੱਚ ਪੁਲਿਸ ਵੱਲੋਂ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਈ। ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੂੰ ਗਲਤ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਭਾਈ ਜਸਵੰਤ ਸਿੰਘ ਖਾਲੜਾ ਨੇ ਅਗਲੇ ਹੀ ਦਿਨ ਪ੍ਰੈਸ ਬਿਆਨ ਜਾਰੀ ਕਰਕੇ KPS ਗਿੱਲ ਦੇ ਝੂਠ ਦਾ ਪਰਦਾਫਾਸ਼ ਕੀਤਾ ਅਤੇ ਉਸ ਨੂੰ ਇਸ ਮਸਲੇ ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ। ਭਾਈ ਜਸਵੰਤ ਸਿੰਘ ਨੇ ਕਿਹਾ ਕਿ ਗਿੱਲ ਦਾ ਝੂਠ ਨੰਗਾ ਕਰਨ ਲਈ ਉਹ ਅਗਲੇ ਮਹੀਨੇ ਫਰਵਰੀ ਤੋਂ ਰੋਜ਼ਾਨਾ 2000 ਲਾਸ਼ਾਂ ਦੀ ਸੂਚੀ ਜਾਰੀ ਕਰਕੇ ਉਸ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜਾ ਕਰਨਗੇ। ਜਸਵੰਤ ਸਿੰਘ ਖਾਲੜਾ ਦੇ ਇਸ ਬਿਆਨ ਨਾਲ ਜ਼ਾਲਮਾਂ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਸੀ। ਉਹ ਉਸ ਨੂੰ ਸਿੱਧੀਆਂ ਧਮਕੀਆਂ ਦੇਣ ਤੇ ਉਤਰ ਆਏ ਸਨ। ਫਰਵਰੀ ਦੇ ਅੱਧ ਜਿਹੇ ਵਿੱਚ ਇੱਕ ਦਿਨ ਜਸਵੰਤ ਸਿੰਘ ਖਾਲੜਾ ਆਪਣੇ ਸਾਥੀ ਰਾਜੀਵ ਸਿੰਘ ਰੰਧਾਵਾ ਨਾਲ ਪੱਟੀ ਸ਼ਹਿਰ ਦੇ ਬਾਹਰ ਕਚਹਿਰੀ ਵੱਲ ਤੁਰਿਆ ਜਾ ਰਿਹਾ ਸੀ। ਕਾਂਗਰਸੀ MLA ਸੁਖਵਿੰਦਰ ਸਿੰਘ ਬੁੱਟਰ ਨੇ ਅਚਾਨਕ ਜਸਵੰਤ ਸਿੰਘ ਨੂੰ ਦੂਰੋਂ ਆਵਾਜ਼ ਮਾਰ ਕੇ ਬੁਲਾਇਆ। ਜਦੋਂ ਉਹ ਉਸ ਕੋਲ ਪਹੁੰਚੇ ਤਾਂ ਉਸਨੇ ਦੱਸਿਆ ਕਿ ਪਰਸੋਂ ਮੈਂ ਅਜੀਤ ਸਿੰਘ ਸੰਧੂ ਕੋਲ ਬੈਠਾ ਸਾਂ। ਉਹ ਇਹ ਕਹਿ ਰਿਹਾ ਸੀ ਕਿ ਖਾਲੜੇ ਨੇ ਮੇਰੀ ਨੀਂਦ ਹਰਾਮ ਕੀਤੀ ਹੋਈ ਹੈ। ਜਿੱਥੇ 25000 ਲਾਸ਼ਾਂ ਦਾ ਹਿਸਾਬ ਦੇਣਾ ਪਊ ਉੱਥੇ ਇੱਕ ਹੋਰ ਸਹੀ। ਜਸਵੰਤ ਸਿੰਘ ਨੇ ਕਾਂਗਰਸੀ MLA ਨੂੰ ਅਜੀਤ ਸਿੰਘ ਸੰਧੂ ਦੀ ਇਸ ਕਾਇਰਤਾ ਭਰੀ ਧਮਕੀ ਦਾ ਜਵਾਬ ਇਹਨਾਂ ਦਲੇਰ ਸ਼ਬਦਾਂ ਵਿੱਚ ਦਿੱਤਾ ਸੀ। ਬੁੱਟਰ ਸਾਹਿਬ, ਉਸ ਨੂੰ ਕਹਿ ਦਿਓ ਉਮਰ ਤਾਂ ਹੱਥਾਂ ਦੀਆਂ ਲਕੀਰਾਂ ਤੇ ਲਿਖੀ ਹੋਈ ਹੈ, ਉਸ ਨੂੰ ਕੋਈ ਨਹੀਂ ਬਦਲ ਸਕਦਾ। ਜਸਵੰਤ ਸਿੰਘ ਨੇ ਉੱਥੋਂ ਸਿੱਧਾ ਅੰਮ੍ਰਿਤਸਰ ਪਹੁੰਚ ਕੇ ਤੁਰੰਤ ਆਪਣੇ ਹੱਥ ਨਾਲ ਲਿਖ ਕੇ ਬਿਆਨ ਜਾਰੀ ਕੀਤਾ ਸੀ। ਸਾਨੂੰ ਮਾਰ ਕੇ ਸੱਚ ਤੇ ਪਰਦਾ ਪਾ ਨਹੀਂ ਹੋਣਾ। ਇਹ ਬਿਆਨ ਪੰਜਾਬੀ ਟ੍ਰਿਬਿਊਨ ਵਿੱਚ ਮੁੱਖ ਸਫ਼ੇ ਤੇ ਡੱਬੀ ਲਾ ਕੇ ਛਪਿਆ ਸੀ। ਇਸੇ ਬਿਆਨ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਪਟੀਸ਼ਨ ਦਾਖਲ ਕੀਤੀ ਸੀ। ਰਾਜੀਵ ਸਿੰਘ ਰੰਧਾਵਾ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦੇ ਇਸ ਹੱਥ ਲਿਖਤ ਬਿਆਨ ਤੇ ਅਖਬਾਰ ਵਿੱਚ ਛਪੀ ਖਬਰ ਦੀਆਂ ਫੋਟੋਕਾਪੀਆਂ ਸੁਪਰੀਮ ਕੋਰਟ ਦੀ ਪਟੀਸ਼ਨ ਵਿੱਚ ਨੱਥੀ ਨੇ। ਇਸ ਤੋਂ ਹਫ਼ਤਾ ਕੁ ਭਰ ਬਾਅਦ 23 ਫਰਵਰੀ ਨੂੰ ਭਾਈ ਜਸਵੰਤ ਸਿੰਘ ਨੇ ਅੰਗਰੇਜ਼ੀ ਵਿੱਚ ਹਿਊਮਨ ਰਾਈਟਸ ਵਿੰਗ ਦੇ ਲੈਟਰ ਪੈਡ ਉੱਤੇ ਟਾਈਪ ਕੀਤਾ ਇੱਕ ਬਿਆਨ ਜਾਰੀ ਕੀਤਾ ਸੀ। ਉਸ ਵਿੱਚ ਉਸਨੇ ਫਿਰ ਪੂਰੇ ਧੜੱਲੇ ਨਾਲ ਆਪਣੀ ਗੱਲ ਦੁਹਰਾਈ ਸੀ ਕਿ ਜੇਕਰ ਪੰਜਾਬ ਦੀ ਸਰਕਾਰ ਤੇ ਪੁਲਿਸ ਇਹ ਸੋਚਦੀ ਹੈ ਕਿ ਮੈਨੂੰ ਮਾਰ ਦੇਣ ਨਾਲ 25000 ਲਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਰਫਾ-ਦਫਾ ਕਰ ਦੇਵੇਗੀ ਤਾਂ ਮੈਂ ਉਹਨਾਂ ਤੇ ਤਰਸ ਕਰਨੋਂ ਨਹੀਂ ਰਹਿ ਸਕਦਾ, ਕਿਉਂਕਿ ਇਸ ਮਸਲੇ ਨਾਲ ਸੰਬੰਧਿਤ ਸਾਰੇ ਤੱਥ ਪਹਿਲਾਂ ਹੀ ਦੁਨੀਆ ਭਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਭੇਜੇ ਜਾ ਚੁੱਕੇ ਨੇ।
ਭਾਈ ਖਾਲੜਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਹਿਊਮਨ ਰਾਈਟਸ ਵਿੰਗ ਨੇ ਲਵਾਰਿਸ ਲਾਸ਼ਾਂ ਦੇ ਮਾਮਲੇ ਵਿੱਚ ਕੌਮਾਂਤਰੀ ਹਮਾਇਤ ਜਤਾਉਣ ਲਈ ਇਸ ਦੇ ਚੇਅਰਮੈਨ ਜਸਪਾਲ ਸਿੰਘ ਢਿੱਲੋਂ ਨੂੰ ਫਿਲੀਪੀਨ ਦੀ ਰਾਜਧਾਨੀ ਮਨੀਲਾ ਭੇਜਿਆ ਹੋਇਆ ਹੈ। ਭਾਈ ਖਾਲੜਾ ਨੇ ਪੱਤਰਕਾਰਾਂ ਕੋਲ ਇਹ ਭੇਦ ਜ਼ਾਹਰ ਕੀਤਾ ਕਿ ਪਿਛਲੇ ਹਫ਼ਤੇ ਕਾਂਗਰਸ ਵਿਧਾਇਕ ਦਲ ਦੇ ਇੱਕ ਜ਼ਿੰਮੇਵਾਰ ਆਗੂ ਨੇ ਮੈਨੂੰ ਜ਼ਾਤੀ ਤੌਰ ਤੇ ਚੌਕਸ ਕੀਤਾ ਸੀ ਕਿ ਲਵਾਰਿਸ ਲਾਸ਼ਾਂ ਦਾ ਮਾਮਲਾ ਖੁੱਲ੍ਹਣ ਨਾਲ ਪੁਲਿਸ ਦੇ ਅਫਸਰ ਬਹੁਤ ਖਫਾ ਹੋਏ ਫਿਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਮੁਰਦੇ ਉਖੇੜਨ ਵਾਲੀ ਗੱਲ ਹੈ ਅਤੇ ਇਸ ਮਾਮਲੇ ਦੀ ਪੜਤਾਲ ਅੱਗੇ ਵਧਣ ਦੀ ਸੂਰਤ ਵਿੱਚ ਉਹਨਾਂ ਨੇ ਸ੍ਰੀ ਖਾਲੜਾ ਨੂੰ ਖਤਮ ਕਰਨ ਦਾ ਮਨ ਬਣਾ ਲਿਆ ਹੋਇਆ ਹੈ। ਉਸ ਐਮਐਲਏ ਨੇ ਭਾਈ ਖਾਲੜਾ ਕੋਲ ਇਹ ਭੇਦ ਵੀ ਜ਼ਾਹਰ ਕਰ ਦਿੱਤਾ ਸੀ ਕਿ ਪੁਲਿਸ ਦੇ ਅਫਸਰਾਂ ਨੇ ਖਾਲੜੇ ਨੂੰ ਖਤਮ ਕਰਨ ਲਈ ਕਾਂਗਰਸ ਦੇ ਵੱਡੇ ਲੀਡਰਾਂ ਕੋਲੋਂ ਮਨਜ਼ੂਰੀ ਲੈ ਲਈ ਹੋਈ ਹੈ। ਹੋਰ ਅੱਗੇ ਗੱਲ ਕਰਦਿਆਂ ਸ੍ਰੀ ਜਸਵੰਤ ਸਿੰਘ ਖਾਲੜਾ ਨੇ ਕਿਹਾ ਸੀ ਕਿ ਮੈਨੂੰ ਇਸ ਗੱਲ ਬਾਰੇ ਪਹਿਲਾਂ ਹੀ ਸ਼ੱਕ ਸੀ ਅਤੇ ਹੁਣ ਪੁਲਿਸ ਨੇ ਉਸ ਸ਼ੱਕ ਦੀ ਪੁਸ਼ਟੀ ਕਰ ਦਿੱਤੀ ਹੈ, ਪਰ ਮੈਂ ਆਪਣੀ ਜਾਨ ਬਚਾਉਣ ਨਾਲੋਂ ਅਕਾਲ ਪੁਰਖ ਦੀ ਸ਼ਰਨ ਵਿੱਚ ਜਾਣਾ ਪਸੰਦ ਕਰਾਂਗਾ। ਮੇਰੀ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਜੇਕਰ ਮੈਨੂੰ ਖਤਮ ਕਰ ਦਿੱਤਾ ਗਿਆ ਤਾਂ ਇਸ ਦੇ ਲਈ ਕਿਸੇ ਪੁਲਿਸ ਦੇ ਕੈਟ ਜਾਂ ਹੇਠਲੇ ਦਰਜੇ ਦੇ ਕਰਮਚਾਰੀ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਜਗ੍ਹਾ ਮਨੁੱਖਤਾ ਵਿਰੁੱਧ ਇਸ ਘਿਨਾਉਣੇ ਜੁਰਮ ਲਈ ਸਿੱਧੇ ਰੂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਡੀਜੀਪੀ KPS ਗਿੱਲ ਨੂੰ ਦੋਸ਼ੀ ਮੰਨਿਆ ਜਾਵੇ। ਉਸ ਨੇ ਇਸ ਗੱਲ ਤੇ ਹੈਰਾਨੀ ਜਤਾਈ ਕਿ ਬੇਅੰਤ ਸਿੰਘ ਤੇ KPS ਗਿੱਲ ਨੇ ਸਾਰੇ ਕਾਇਦੇ ਕਾਨੂੰਨਾਂ ਤੇ ਅਦਾਲਤੀ ਮਰਿਆਦਾ ਨੂੰ ਛਿੱਕੇ ਤੇ ਟੰਗ ਕੇ ਅਜੀਤ ਸਿੰਘ ਸੰਧੂ ਨੂੰ ਮੁੜ ਤਰਨਤਾਰਨ ਵਿਖੇ ਤੈਨਾਤ ਕਰ ਦਿੱਤਾ ਹੈ। ਹਾਲਾਂਕਿ ਉਸ ਦੇ ਖਿਲਾਫ 1000 ਦੇ ਕਰੀਬ ਨਿਰਦੋਸ਼ ਵਿਅਕਤੀਆਂ ਨੂੰ ਕਤਲ ਕਰਨ ਦੇ ਦੋਸ਼ ਸਾਬਤ ਹੋਣ ਜਾ ਰਹੇ ਨੇ। ਉਸ ਦੇ ਵਿਰੁੱਧ ਬਾਬਾ ਚਰਨ ਸਿੰਘ ਠੱਠੀ ਖਾਰਾ ਦੇ ਕਤਲ ਦੀ ਅਦਾਲਤੀ ਜਾਂਚ ਚੱਲ ਰਹੀ ਹੈ ਅਤੇ ਕਿੰਨੇ ਹੀ ਮਾਮਲਿਆਂ ਵਿੱਚ CBI ਦੀ ਜਾਂਚ ਚੱਲ ਰਹੀ ਹੈ। ਅਜੀਤ ਸਿੰਘ ਸੰਧੂ ਨੇ ਆਪਣੇ ਖਿਲਾਫ ਗਵਾਹਾਂ ਨੂੰ ਧਮਕਾਉਣ ਲਈ 21 ਫਰਵਰੀ ਨੂੰ ਬੀਬੀ ਮਹਿੰਦਰ ਕੌਰ ਦੇ ਪੁੱਤਰ ਰਾਜਵਿੰਦਰ ਸਿੰਘ ਨੂੰ ਘਰੋਂ ਚੁੱਕ ਲਿਆ ਅਤੇ ਫੜ ਮਾਰੀ ਹੈ ਕਿ ਮੈਂ ਪੁਲਿਸ ਦੇ ਵਿਰੁੱਧ ਸਾਰੀਆਂ ਸ਼ਿਕਾਇਤਾਂ ਦੇ ਮੁੱਦੇ ਗਾਇਬ ਕਰ ਦੇਵਾਂਗਾ। ਭਾਈ ਖਾਲੜਾ ਨੇ ਮੰਗ ਕੀਤੀ ਕਿ ਤਰਨਤਾਰਨ ਦੇ SSP ਅਜੀਤ ਸਿੰਘ ਸੰਧੂ ਦੇ ਵਿਰੁੱਧ ਸਾਰੀਆਂ ਪਟੀਸ਼ਨਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੇ ਹਵਾਲੇ ਕੀਤੀਆਂ ਜਾਣ ਅਤੇ ਤਰਨਤਾਰਨ ਦੇ ਦੋਸ਼ੀ ਪੁਲਿਸ ਅਫਸਰਾਂ ਦੇ ਵਿਰੁੱਧ ਕੇਸਾਂ ਦੇ ਜਲਦੀ ਨਿਪਟਾਰੇ ਲਈ ਵਿਸ਼ੇਸ਼ ਅਦਾਲਤ ਬਣਾਈ ਜਾਵੇ। ਉਸ ਨੇ ਪੰਜਾਬ ਸਰਕਾਰ ਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਉਸ ਕੋਲ ਦੋਸ਼ੀ ਪੁਲਿਸ ਅਫਸਰਾਂ ਦੇ ਵਿਰੁੱਧ ਦਸਤਾਵੇਜ਼ੀ ਸਬੂਤ ਨੇ ਜਿਨ੍ਹਾਂ ਨੂੰ ਉਹ ਹਾਈ ਕੋਰਟ ਦੇ ਬੈਂਚ ਅੱਗੇ ਪੇਸ਼ ਕਰਨ ਲਈ ਤਿਆਰ ਹੈ। ਉਸ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਉਹ ਕਿਸੇ ਪੁਲਿਸ ਅਫਸਰ ਨੂੰ ਜ਼ਾਤੀ ਪੱਧਰ ਤੇ ਨਫ਼ਰਤ ਨਹੀਂ ਕਰਦਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਉਹ ਮਾਨਵਤਾ ਤੇ ਗੁਰਮਤ ਦੀ ਸੇਵਾ ਕਰ ਰਿਹਾ ਹੈ ਅਤੇ ਇਸ ਪਵਿੱਤਰ ਕਾਜ ਵਿੱਚ ਪੁਲਿਸ ਦੇ ਬਹੁਤ ਸਾਰੇ ਅਫਸਰਾਂ ਨੇ ਉਸ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ। ਕਾਤਲਾਂ ਨੂੰ ਪਟੀਸ਼ਨਾਂ ਦਾ ਭੂਤ ਡਰਾਉਣ ਲੱਗਾ। ਭਾਈ ਜਸਵੰਤ ਸਿੰਘ ਖਾਲੜਾ ਦੇ ਯਤਨਾਂ ਨਾਲ ਪੁਲਸੀ ਦਹਿਸ਼ਤਗਰਦੀ ਦਾ ਗੜ੍ਹ ਬਣੇ ਤਰਨਤਾਰਨ ਦੇ ਜ਼ਿਲ੍ਹੇ ਵਿੱਚ 1994 ਦੇ ਸਾਲ ਦੌਰਾਨ ਪੀੜਤ ਪਰਿਵਾਰਾਂ ਤੇ ਵਿਅਕਤੀਆਂ ਵੱਲੋਂ ਹਥਿਆਰੇ ਪੁਲਿਸ ਅਫਸਰਾਂ ਦੇ ਵਿਰੁੱਧ ਹਾਈ ਕੋਰਟ ਵਿੱਚ 45 ਦੇ ਕਰੀਬ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ। ਉਸ ਵੇਲੇ ਅਜੀਤ ਸਿੰਘ ਸੰਧੂ ਨੂੰ ਤਰਨਤਾਰਨ ਤੋਂ ਬਦਲ ਕੇ ਰੋਪੜ ਭੇਜਿਆ ਜਾ ਚੁੱਕਾ ਸੀ, ਪਰ ਪੀੜਤ ਪਰਿਵਾਰਾਂ ਵੱਲੋਂ ਹਾਈ ਕੋਰਟ ਵਿੱਚ ਵੱਡੀ ਸੰਖਿਆ 'ਚ ਪਟੀਸ਼ਨਾਂ ਦਾਖਲ ਕਰਨ ਦੇ ਰੁਝਾਨ ਨੇ ਕਾਤਲ ਅਫਸਰਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ, ਜਿਸ ਕਰਕੇ KPS ਗਿੱਲ ਨੇ ਪਟੀਸ਼ਨ ਕਰਤਾਵਾਂ ਉੱਤੇ ਦਬਾਅ ਪਾ ਕੇ ਪਟੀਸ਼ਨਾਂ ਵਾਪਸ ਕਰਾਉਣ ਲਈ ਫਰਵਰੀ 1995 ਵਿੱਚ ਕਾਤਲ ਅਫਸਰਾਂ ਦੇ ਸਰਗਣੇ ਅਜੀਤ ਸਿੰਘ ਸੰਧੂ ਦੀ ਰੋਪੜ ਤੋਂ ਵਾਪਸ ਤਰਨਤਾਰਨ ਦੀ ਬਦਲੀ ਕਰ ਦਿੱਤੀ ਸੀ ਅਤੇ ਗੈਰ ਕਾਨੂੰਨੀ ਹੱਤਿਆਵਾਂ ਕਰਨ ਵਾਲੇ ਗਰੋਹ ਦੇ ਸਾਰੇ ਮੈਂਬਰ ਅਜੀਤ ਸਿੰਘ ਸੰਧੂ ਦੇ ਨਾਲ ਹੀ ਮੁੜ ਤਰਨਤਾਰਨ ਵਿੱਚ ਤੈਨਾਤ ਕਰ ਦਿੱਤੇ ਗਏ ਸਨ। ਅਜੀਤ ਸਿੰਘ ਸੰਧੂ ਨੇ ਤਰਨਤਾਰਨ ਵਿੱਚ ਚਾਰਜ ਸੰਭਾਲਦਿਆਂ ਹੀ
ਪਟੀਸ਼ਨਾਂ ਪਾਉਣ ਵਾਲੇ ਪਰਿਵਾਰਾਂ ਉੱਤੇ ਕਹਿਰਾਂ ਦਾ ਜ਼ਬਰ ਢਾਉਣਾ ਆਰੰਭ ਕਰ ਦਿੱਤਾ ਸੀ। ਦੁਖੀ ਪਰਿਵਾਰ ਹਿਊਮਨ ਰਾਈਟਸ ਵਿੰਗ ਦੇ ਵਰਕਰਾਂ, ਖਾਸ ਕਰਕੇ ਜਸਵੰਤ ਸਿੰਘ ਖਾਲੜਾ ਕੋਲ ਆ ਕੇ ਆਪਣੇ ਦੁੱਖ ਰੋਣ ਲੱਗੇ। ਭਾਈ ਜਸਵੰਤ ਸਿੰਘ ਖਾਲੜਾ ਨੇ ਪੀੜਤ ਵਿਅਕਤੀਆਂ ਦੀ ਹਰ ਢੰਗ ਨਾਲ ਮਦਦ ਕਰਨ ਦਾ ਬੀੜਾ ਚੁੱਕ ਲਿਆ। ਪੁਲਿਸ ਦੀ ਧੱਕੇਸ਼ਾਹੀ ਬਾਰੇ ਠੋਸ ਤੱਥ ਇਕੱਠੇ ਕਰਕੇ ਭਾਰਤ ਦੀਆਂ ਅਦਾਲਤਾਂ, ਸਰਕਾਰ ਵੱਲੋਂ ਮਨੁੱਖੀ ਹੱਕਾਂ ਦੀ ਰਾਖੀ ਲਈ ਬਣਾਏ ਗਏ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਗਵਰਨਰ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਪਾਰਲੀਮੈਂਟ ਦੇ ਮੈਂਬਰਾਂ ਤੋਂ ਲੈ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀਆਂ ਕੌਮਾਂਤਰੀ ਸੰਸਥਾਵਾਂ ਤੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਤੱਕ ਹਰ ਜਗ੍ਹਾ ਦਾਦ ਫਰਿਆਦ ਕੀਤੀ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਤੇ ਪੰਜਾਬ ਦੇ ਮੁੱਖ ਗ੍ਰਹਿ ਸਕੱਤਰ DS ਬੈਂਸ ਦੀ ਅਗਵਾਈ ਹੇਠ ਦੋਸ਼ਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਸੀ, ਜਿਸ ਨੇ 25 ਫਰਵਰੀ 1995 ਨੂੰ ਤਰਨਤਾਰਨ DC ਦਫ਼ਤਰ ਦੇ ਸਾਹਮਣੇ ਵੱਡੇ ਇਕੱਠ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਸਨ। ਤਰਨਤਾਰਨ ਤੋਂ 2 ਵਾਰ ਲੋਕ ਸਭਾ ਮੈਂਬਰ ਬਣੇ ਤੇ 1 ਵਾਰ ਪੰਜਾਬ ਵਿੱਚ ਅਕਾਲੀ ਸਰਕਾਰ ਵਿੱਚ ਵਜ਼ੀਰ ਰਹਿ ਚੁੱਕੇ ਮੇਜਰ ਸਿੰਘ ਉੱਬੋਕੇ ਬਿਰਧ ਅਵਸਥਾ ਵਿੱਚ ਕਮੇਟੀ ਅੱਗੇ ਆਪਣਾ ਦੁੱਖ ਰੋਣ ਲਈ ਪਹੁੰਚੇ ਸਨ। ਉਸ ਨੇ ਦੱਸਿਆ ਕਿ 29 ਨਵੰਬਰ 1991 ਨੂੰ ਉਸ ਦੇ 2 ਭਤੀਜਿਆਂ ਸੁਖਰਾਜ ਸਿੰਘ ਉੱਬੋਕੇ ਤੇ ਰਸਾਲ ਸਿੰਘ ਪਿੰਡ ਬੁਰਜ ਨੱਥੂਕੇ ਨੂੰ DSP ਨੇ ਘਰੋਂ ਚੁੱਕਿਆ ਸੀ। ਉਸ ਤੋਂ ਬਾਅਦ ਅਸੀਂ ਉਹਨਾਂ ਮੁੰਡਿਆਂ ਨੂੰ ਲੱਭ ਕੇ ਥੱਕ ਗਏ ਹਾਂ, ਪਰ ਅਜੇ ਤੱਕ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਮਿਲਿਆ। ਗੰਡੀਵਿੰਡ ਪਿੰਡ ਦੇ 85 ਸਾਲਾਂ ਦੇ ਬਜ਼ੁਰਗ ਦਰਬਾਰਾ ਸਿੰਘ ਨੇ ਜਦੋਂ ਆਪਣੇ 2 ਲੜਕਿਆਂ ਕਰਨੈਲ ਸਿੰਘ ਤੇ ਗੁਰਦਿਆਲ ਸਿੰਘ ਨੂੰ ਘਰੋਂ ਅਗਵਾ ਕਰਕੇ ਲਾਪਤਾ ਕਰ ਦੇਣ ਦੀ ਵਿਥਿਆ ਸੁਣਾਈ ਤਾਂ ਉਹ ਜ਼ੋਰ ਲਾਉਣ ਦੇ ਬਾਵਜੂਦ ਆਪਣਾ ਰੋਣਾ ਨਾ ਡੱਕ ਸਕਿਆ। ਉਸ ਨੇ ਕਮੇਟੀ ਮੈਂਬਰਾਂ ਨੂੰ ਮੁਖਾਤਿਬ ਹੁੰਦਿਆਂ ਪੁੱਛਿਆ ਕਿ ਮੇਰੇ 2 ਲੜਕਿਆਂ ਨੂੰ ਕਿਉਂ ਕਤਲ ਕੀਤਾ ਗਿਆ? ਮੈਨੂੰ ਇਸ ਸਵਾਲ ਦਾ ਜਵਾਬ ਚਾਹੀਦਾ ਹੈ। ਕਮੇਟੀ ਅੱਗੇ ਤਰਨਤਾਰਨ ਜ਼ਿਲ੍ਹੇ ਦੇ 80 ਪੀੜਤ ਪਰਿਵਾਰ ਪੇਸ਼ ਹੋਏ ਸਨ ਤੇ ਹਰ ਪਰਿਵਾਰ ਨੇ ਇੱਕ ਦੂਜੇ ਨਾਲੋਂ ਵੱਧ ਦਰਦਨਾਕ ਕਹਾਣੀ ਸੁਣਾਈ ਸੀ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਉਤਲੇ ਪੱਧਰ ਦੇ ਅਫਸਰ ਸ਼ਮਸ਼ਾਨ ਘਾਟਾਂ ਦੇ ਰਿਕਾਰਡ ਦੀ ਛਾਣਬੀਣ ਕਰਨ ਉਪਰੰਤ ਉਦੋਂ ਤੱਕ ਇਕੱਲੇ ਤਰਨਤਾਰਨ ਜ਼ਿਲ੍ਹੇ ਵਿੱਚ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ 715 ਲਾਸ਼ਾਂ ਦੀ ਪਛਾਣ ਕਰਨ ਵਿੱਚ ਸਫਲ ਹੋ ਗਏ ਸਨ, ਜਿਸ ਨਾਲ KPS ਗਿੱਲ ਵੱਲੋਂ 1 ਮਹੀਨਾ ਪਹਿਲਾਂ ਪ੍ਰੈਸ ਸਾਹਮਣੇ ਬੋਲੇ ਝੂਠਾਂ ਦੀ ਪੋਲ ਨੰਗੀ ਹੋ ਗਈ ਸੀ। 28 ਜੁਲਾਈ 1995 ਨੂੰ ਹਿਊਮਨ ਰਾਈਟਸ ਵਿੰਗ ਦੇ ਸੱਦੇ ਤੇ ਭਾਈ ਖਾਲੜਾ ਦੇ ਘਰ ਮਕਾਨ ਨੰਬਰ 8 ਕਬੀਰ ਪਾਰਕ ਇੱਕ ਵੱਡੀ ਪ੍ਰੈਸ ਕਾਨਫਰੰਸ ਬੁਲਾਈ ਗਈ, ਜਿਸ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਦਰਜਨ ਤੋਂ ਵੱਧ ਪੀੜਤ ਪਰਿਵਾਰਾਂ ਨੂੰ ਪ੍ਰੈਸ ਰਿਪੋਰਟਰਾਂ ਦੇ ਸਨਮੁਖ ਕੀਤਾ ਗਿਆ। ਪੀੜਤ ਪਰਿਵਾਰਾਂ ਨੇ ਪੱਤਰਕਾਰਾਂ ਦੇ ਸਾਹਮਣੇ ਉਹਨਾਂ ਉੱਤੇ ਕੀਤੇ ਜਾ ਰਹੇ ਵਹਿਸ਼ੀ ਜ਼ੁਲਮਾਂ ਦੀਆਂ ਦਿਲ ਕੰਬਾਊ ਕਹਾਣੀਆਂ ਬਿਆਨ ਕੀਤੀਆਂ। ਅਗਲੇ ਦਿਨ 29 ਜੁਲਾਈ ਨੂੰ ਅਖਬਾਰੀ ਨੁਮਾਇੰਦਿਆਂ ਨੇ ਆਪਣੇ ਕੰਨਾਂ ਨਾਲ ਸੁਣੀਆਂ ਜ਼ਬਰ ਦੀਆਂ ਵਾਰਦਾਤਾਂ ਬਾਰੇ ਅਖਬਾਰਾਂ ਵਿੱਚ ਭਰਵੀਆਂ ਰਿਪੋਰਟਾਂ ਛਾਪੀਆਂ। ਹੇਠਾਂ 29 ਜੁਲਾਈ ਦੇ ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ 'ਚੋਂ ਕੁਝ ਨਮੂਨੇ ਦਿੱਤੇ ਜਾ ਰਹੇ ਨੇ। ਬਲਵਿੰਦਰ ਸਿੰਘ ਝਬਾਲ ਦੀ ਹੱਡਬੀਤੀ। ਬਲਵਿੰਦਰ ਸਿੰਘ ਝਬਾਲ ਲਗਭਗ 9 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ ਹੌਲਦਾਰ ਦੇ ਅਹੁਦੇ ਤੇ ਤਰਨਤਾਰਨ ਜ਼ਿਲ੍ਹੇ ਵਿੱਚ ਹੀ ਨੌਕਰੀ ਕਰਦਾ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਸਕੇ ਸਾਲੇ, ਜਿਸ ਦਾ ਨਾਂ ਵੀ ਬਲਵਿੰਦਰ ਸਿੰਘ ਹੀ ਸੀ ਅਤੇ ਜਿਹੜਾ ਝਬਾਲ ਖੁਰਦ ਦਾ ਰਹਿਣ ਵਾਲਾ ਸੀ, ਨੂੰ ਝਬਾਲ ਥਾਣੇ ਦੇ SHO ਬਲਵੀਰ ਸਿੰਘ ਤੇ ASI ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੋਲੀ ਨੇ 8 ਮਾਰਚ 1993 ਨੂੰ ਘਰੋਂ ਚੁੱਕ ਲਿਆ ਸੀ। ਉਸ ਨੂੰ ਸਿੱਧਾ CIA ਸਟਾਫ ਤਰਨਤਾਰਨ ਵਿੱਚ ਲਿਜਾ ਕੇ ਭਾਰੀ ਤਸੀਹੇ ਦਿੱਤੇ ਗਏ। ਅਗਲੇ ਦਿਨ ਉਸ ਨੂੰ ਇੱਕ ਕੈਂਟਰ ਵਿੱਚ ਪਿੰਡ ਲਿਆ ਕੇ ਲੋਕਾਂ ਦੇ ਸਾਹਮਣੇ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ ਸੀ।
ਉਸ ਦੇ ਸਿਰ 'ਚੋਂ ਲਹੂ ਦੀਆਂ ਘਰਾਲਾਂ ਵਗਣ ਲੱਗ ਪਈਆਂ ਸਨ। ਇੰਸਪੈਕਟਰ ਕਸ਼ਮੀਰਾ ਸਿੰਘ ਤੇ ਉਸ ਦੇ ਸਾਥੀ ਪੁਲਿਸ ਵਾਲੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਕੈਂਟਰ ਵਿੱਚ ਸੁੱਟ ਕੇ ਕੈਂਟਰ ਭਜਾ ਕੇ ਲੈ ਗਏ। ਉਸ ਦੀ ਉਸੇ ਦਿਨ ਹੀ ਮੌਤ ਹੋ ਗਈ ਸੀ ਅਤੇ ਰਾਤ ਨੂੰ ਪੁਲਿਸ ਨੇ ਉਸ ਦੀ ਲਾਸ਼ ਬਿਆਸ ਦਰਿਆ ਵਿੱਚ ਰੋੜ ਦਿੱਤੀ ਸੀ। ਪਰ ਇਸ ਬਾਰੇ ਉਸ ਦੇ ਘਰਦਿਆਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਸੀ। ਉਸ ਦਾ ਤਾਇਆ ਭਗਵੰਤ ਸਿੰਘ ਆਪਣੇ ਪਿੰਡ ਦਾ ਸਰਪੰਚ, ਤਕੜਾ ਜ਼ਿਮੀਂਦਾਰ ਤੇ ਇਲਾਕੇ ਵਿੱਚ ਕਾਂਗਰਸ ਦਾ ਮੰਨਿਆ ਪ੍ਰਮੰਨਿਆ ਆਗੂ ਸੀ। ਉਸਨੇ ਆਪਣੇ ਰਾਜਨੀਤਿਕ ਅਸਰ ਰਸੂਖ ਦੇ ਆਸਰੇ ਆਪਣੇ ਭਤੀਜੇ ਦਾ ਥਹੁ ਪਤਾ ਲਾਉਣ ਲਈ ਪੂਰੀ ਭੱਜ ਨੱਠ ਕੀਤੀ, ਪਰ ਕਿਤੋਂ ਕੋਈ ਸੂਹ ਨਾ ਨਿਕਲੀ। ਥੱਕ ਹਾਰ ਕੇ ਬਲਵਿੰਦਰ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ। ਪਟੀਸ਼ਨ ਪਾਉਣ ਤੋਂ ਬਾਅਦ ਅਜੀਤ ਸਿੰਘ ਸੰਧੂ ਨੇ 27 ਮਾਰਚ ਨੂੰ ਹੌਲਦਾਰ ਬਲਵਿੰਦਰ ਸਿੰਘ, ਜਿਹੜਾ ਉਸ ਵੇਲੇ SSP ਦੇ ਦਫ਼ਤਰ ਵਿੱਚ ਹੀ ਤੈਨਾਤ ਸੀ, ਨੂੰ ਆਪਣੀ ਕੋਠੀ ਵਿੱਚ ਬੁਲਾਇਆ ਅਤੇ ਉਸ ਨੂੰ ਰੋਅਬ ਮਾਰ ਕੇ ਕਿਹਾ ਕਿ ਉਹ ਆਪਣੇ ਸਹੁਰੇ ਅਵਤਾਰ ਸਿੰਘ ਉੱਤੇ ਪਟੀਸ਼ਨ ਵਾਪਸ ਕਰਵਾਉਣ ਲਈ ਜ਼ੋਰ ਪਾਵੇ। ਉਸ ਨੂੰ ਡਰਾਵੇ ਤੇ ਧਮਕੀਆਂ ਦਿੱਤੀਆਂ ਗਈਆਂ। ਉਸ ਨੂੰ ਉਸ ਤੋਂ ਪਹਿਲਾਂ ਹੀ SSP ਦੇ ਦਫ਼ਤਰ ਤੋਂ ਬਦਲ ਕੇ ਪੁਲਿਸ ਲਾਈਨ ਭੇਜਣ ਦੇ ਹੁਕਮ ਜਾਰੀ ਹੋ ਚੁੱਕੇ ਸਨ। ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਸਨੇ ਜਦੋਂ 29 ਮਾਰਚ ਨੂੰ ਪੁਲਿਸ ਲਾਈਨ ਹਾਜ਼ਰੀ ਭਰੀ ਤਾਂ ਉੱਥੇ ਉਸ ਨੂੰ ਹੋਰ ਬਹੁਤ ਸਾਰੇ ਪੁਲਿਸ ਵਾਲੇ ਮਿਲੇ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੁਲਿਸ ਨੇ ਇਸੇ ਤਰ੍ਹਾਂ ਮਾਰ ਦਿੱਤਾ ਸੀ। ਅਗਲੇ ਦਿਨ ਬਲਵਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਬਦਲ ਕੇ ਵਲਟੋਹੇ ਥਾਣੇ ਦੇ ਤੂਤ ਪਿੰਡ ਦੀ ਚੌਂਕੀ ਵਿੱਚ ਭੇਜ ਦਿੱਤਾ। ਬਲਵਿੰਦਰ ਸਿੰਘ ਨੇ ਤੰਗ ਆ ਕੇ ਛੁੱਟੀ ਲਈ ਅਰਜ਼ੀ ਦੇ ਦਿੱਤੀ, ਪਰ ਉਸ ਵੱਲੋਂ ਤਰਲੇ ਪਾਉਣ ਦੇ ਬਾਵਜੂਦ ਉਸ ਦੀ ਛੁੱਟੀ ਦੀ ਅਰਜ਼ੀ ਮਨਜ਼ੂਰ ਨਾ ਕੀਤੀ ਗਈ। ਅਜੀਤ ਸਿੰਘ ਸੰਧੂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਪਟੀਸ਼ਨ ਵਾਪਸ ਨਾ ਕਰਵਾਈ ਤਾਂ ਉਸ ਨੂੰ ਧਾਰਾ 311 ਲਾ ਕੇ ਨੌਕਰੀ ਤੋਂ ਬਰਤਰਫ ਕਰ ਦਿੱਤਾ ਜਾਵੇਗਾ। ਅਖੀਰ ਵਿੱਚ ਬਲਵਿੰਦਰ ਸਿੰਘ ਨੇ ਦੁਖੀ ਹੋ ਕੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ, ਜਦੋਂ ਕਿ ਉਸ ਦੀ ਨੌਕਰੀ ਦੇ ਉਦੋਂ 21 ਸਾਲ ਬਾਕੀ ਸਨ। ਬਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ, ਮੈਂ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਦਰਖਾਸਤਾਂ ਭੇਜੀਆਂ ਕਿ ਮੈਨੂੰ ਅਜੀਤ ਸਿੰਘ ਸੰਧੂ ਤੋਂ ਬਚਾਇਆ ਜਾਵੇ। ਜਦੋਂ ਕਿਤੇ ਵੀ ਸੁਣਵਾਈ ਨਾ ਹੋਈ ਤਾਂ ਅਪ੍ਰੈਲ 1995 ਵਿੱਚ ਮੈਂ ਜਸਵੰਤ ਸਿੰਘ ਖਾਲੜਾ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਛੇਤੀ ਆ ਕੇ ਮਿਲੋ। ਕੁਝ ਹੀ ਦਿਨਾਂ ਬਾਅਦ ਖਾਲੜਾ ਤੇ ਰਾਮ ਨਰਾਇਣ ਕੁਮਾਰ ਮੈਨੂੰ ਮੇਰੇ ਘਰ ਮਿਲਣ ਆ ਗਏ। ਮੈਨੂੰ ਉਹਨਾਂ ਨੇ ਹਰ ਕਾਨੂੰਨੀ ਮਦਦ ਦੇਣ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਮੇਰਾ ਜਸਵੰਤ ਸਿੰਘ ਖਾਲੜਾ ਨਾਲ ਰੈਗੂਲਰ ਰਾਬਤਾ ਬਣ ਗਿਆ। ਅਜੀਤ ਸਿੰਘ ਸੰਧੂ ਨੇ ਮੇਰਾ ਅਸਤੀਫਾ ਰੋਕੀ ਰੱਖਿਆ ਅਤੇ ਮੈਨੂੰ ਤੂਤ ਚੌਂਕੀ ਵਿੱਚ ਨਜ਼ਰਬੰਦ ਕਰ ਦਿੱਤਾ। ਅਖੀਰ ਮੈਂ ਵਕੀਲਾਂ ਰਾਹੀਂ ਸੰਧੂ ਨੂੰ ਨੋਟਿਸ ਭੇਜ ਕੇ 10 ਜੁਲਾਈ 1995 ਨੂੰ ਰਿਟਾਇਰਮੈਂਟ ਲੈ ਲਈ। ਫਿਰ ਮੈਂ ਵੀ ਭਾਈ ਖਾਲੜਾ ਨਾਲ ਕੰਮ ਕਰਨ ਲੱਗ ਪਿਆ। ਅਜੀਤ ਸਿੰਘ ਸੰਧੂ ਨੂੰ ਆਪਣੇ ਮੁਖਬਰਾਂ ਰਾਹੀਂ ਸਾਰੀ ਖਬਰ ਮਿਲ ਰਹੀ ਸੀ। ਉਹ ਮੁਕੱਦਮੇ ਦਾਇਰ ਹੋਣ ਤੋਂ ਬਹੁਤ ਘਬਰਾ ਗਿਆ ਸੀ। ਬੀਬੀ ਹਰਭਜਨ ਕੌਰ ਝਾਮਕੇ ਦੇ ਦੁੱਖਾਂ ਦੀ ਵਿਥਿਆ। ਝਾਮਕੇ ਪਿੰਡ ਦੀ ਬੀਬੀ ਹਰਭਜਨ ਕੌਰ ਨੇ ਜਦੋਂ ਪ੍ਰੈਸ ਕਾਨਫਰੰਸ ਅੰਦਰ ਉਸ ਦੇ ਪਰਿਵਾਰ ਲਈ ਆਫਤ ਬਣ ਕੇ ਪਹੁੰਚੇ ਪੁਲਸੀ ਦਰਿੰਦਿਆਂ ਦੇ ਵਹਿਸ਼ੀਪੁਣੇ ਦੀ ਵਿਥਿਆ ਸੁਣਾਈ ਤਾਂ ਪੱਤਰਕਾਰਾਂ ਦੇ ਚਿਹਰੇ ਗਮਗੀਨ ਹੋ ਗਏ ਸਨ। ਬੀਬੀ ਹਰਭਜਨ ਕੌਰ ਦਾ ਪਰਿਵਾਰ ਕੁਝ ਸਾਲ ਪਹਿਲਾਂ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦੇ ਮੰਤਵ ਨਾਲ ਪਿੰਡ ਛੱਡ ਕੇ ਤਰਨਤਾਰਨ ਰਹਿਣ ਲੱਗ ਪਿਆ ਸੀ। ਉਸਨੇ ਦੱਸਿਆ ਕਿ 20 ਜੁਲਾਈ 1992 ਨੂੰ ਜਦੋਂ ਘਰ ਵਿੱਚ ਉਸ ਦੀਆਂ 2 ਨੌਜਵਾਨ ਧੀਆਂ ਮਨਜੀਤ ਕੌਰ ਉਮਰ 21 ਸਾਲ ਤੇ ਜਸਬੀਰ ਕੌਰ ਉਮਰ 19 ਸਾਲ ਬਿਲਕੁਲ ਇਕੱਲੀਆਂ ਸਨ ਤਾਂ ਤਰਨਤਾਰਨ ਦਾ DSP ਦਿਲਬਾਗ ਸਿੰਘ ਤੇ SHO ਗੁਰਬਚਨ ਸਿੰਘ ਉਹਨਾਂ ਦੋਵਾਂ ਨੂੰ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਏ। ਜਦੋਂ ਉਸ ਦਾ ਪੁੱਤਰ ਕਮਲਜੀਤ ਸਿੰਘ ਆਪਣੀਆਂ ਭੈਣਾਂ ਦਾ ਪਤਾ ਕਰਨ ਗਿਆ ਤਾਂ ਪੁਲਿਸ ਨੇ ਉਸ ਨੂੰ ਝੂਠ ਬੋਲ ਕੇ ਕਿਸੇ ਪਿੰਡੂ ਚੌਂਕੀ ਭੇਜ ਦਿੱਤਾ। ਅਗਲੇ ਦਿਨ DSP ਅਸ਼ੋਕ ਕੁਮਾਰ ਕਮਲਜੀਤ ਤੋਂ ਛੋਟੇ ਜਤਿੰਦਰ ਸਿੰਘ ਨੂੰ
ਜਿਹੜਾ ਉਸ ਵੇਲੇ ਤਰਨਤਾਰਨ ਦੇ ਖਾਲਸਾ ਸਕੂਲ ਵਿੱਚ ਪੜ੍ਹਦਾ ਸੀ, ਘਰਦਿਆਂ ਦੇ ਸਾਹਮਣੇ ਹੀ ਘਰੋਂ ਚੁੱਕ ਕੇ ਲੈ ਗਿਆ। ਬੀਬੀ ਹਰਭਜਨ ਕੌਰ ਨੇ ਆਪਣੀ ਚੁੰਨੀ ਨਾਲ ਅੱਥਰੂ ਪੂੰਝਦੇ ਹੋਏ ਦੱਸਿਆ ਕਿ ਜਤਿੰਦਰ ਸਿੰਘ ਨੂੰ ਉਸੇ ਰਾਤ ਹੀ ਡਾਲੇ ਕੇ ਪਿੰਡ ਦੇ ਨੇੜੇ ਲਿਜਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਅਤੇ ਅਗਲੇ ਦਿਨ ਅਖਬਾਰਾਂ ਵਿੱਚ ਉਸ ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੀ ਮੋਟੀ ਖਬਰ ਛਪ ਗਈ ਸੀ। ਕੁਝ ਦਿਨਾਂ ਬਾਅਦ ਕੁੜੀਆਂ ਤਾਂ ਛੱਡ ਦਿੱਤੀਆਂ, ਪਰ ਕਮਲਜੀਤ ਸਿੰਘ ਦਾ ਕੋਈ ਥਹੁ ਪਤਾ ਨਾ ਚੱਲਿਆ। ਉਸ ਦੇ ਬਾਪ ਜਗੀਰ ਸਿੰਘ ਨੇ ਆਪਣੇ ਪੁੱਤਰ ਨੂੰ ਛਡਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ। ਅਖੀਰ ਵਿੱਚ ਕਿਸੇ ਨੇ ਜਗੀਰ ਸਿੰਘ ਨੂੰ ਨਿਹੰਗ ਅਜੀਤ ਸਿੰਘ ਪੂਲੇ ਤੱਕ ਪਹੁੰਚ ਕਰਨ ਦੀ ਨਸੀਹਤ ਦਿੱਤੀ। ਨਿਹੰਗ ਪੂਲਾ ਉਨੀ ਦਿਨੀ ਪੰਜਾਬ ਪੁਲਿਸ ਦੇ ਉੱਪਰਲੇ ਅਫਸਰਾਂ ਦਾ ਖਾਸ ਚਹੇਤਾ ਸੀ ਅਤੇ ਉਹ ਪੁਲਿਸ ਦੇ ਹਰੇਕ ਗੰਦੇ ਕਰਮ ਵਿੱਚ ਭਾਈਵਾਲ ਹੁੰਦਾ ਸੀ। ਜਗੀਰ ਸਿੰਘ ਅਕਤੂਬਰ ਵਿੱਚ ਪੂਲੇ ਦੇ ਕਿਸੇ ਜਾਣੂ ਨੂੰ ਨਾਲ ਲੈ ਕੇ ਉਸ ਕੋਲ ਚਲਾ ਗਿਆ। ਪੂਲੇ ਨੇ ਮੁੰਡਾ ਛੁਡਾਉਣ ਦਾ ਵਾਅਦਾ ਤਾਂ ਕਰ ਲਿਆ, ਪਰ ਇਸ ਦੇ ਬਦਲੇ ਕੋਈ ਸ਼ਰਤ ਰੱਖ ਦਿੱਤੀ ਸੀ। ਬੀਬੀ ਹਰਭਜਨ ਕੌਰ ਨੇ ਪੱਤਰਕਾਰਾਂ ਨੂੰ ਉਸ ਸ਼ਰਤ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ। ਸਪਸ਼ਟ ਹੈ ਕਿ ਸ਼ਰਤ ਕੋਈ ਗੰਦੀ ਹੋਣੀ ਹੈ। ਦੁਖੀ ਪਰਿਵਾਰ ਨੇ ਮੁੰਡੇ ਦੀ ਜਾਨ ਬਚਾਉਣ ਲਈ ਗੁੰਡੇ ਨਿਹੰਗ ਦੀ ਸ਼ਰਤ ਵੀ ਪੂਰੀ ਕਰ ਦਿੱਤੀ। ਨਿਹੰਗ ਕਹਿੰਦਾ ਖੇਮਕਰਨ ਦੇ SHO ਸੁਖਚੈਨ ਸਿੰਘ ਕੋਲ ਜਾ ਕੇ ਮੁੰਡਾ ਲੈ ਆਓ। ਸਰਦਾਰ ਜਗੀਰ ਸਿੰਘ ਤੇ ਉਸ ਦਾ ਸਾਥੀ ਜਦੋਂ ਵੈਨ PB02 3202 ਰਾਹੀਂ ਪੂਲੇ ਪਿੰਡ ਤੋਂ ਖੇਮਕਰਨ ਦੇ ਰਾਹ ਪਏ ਤਾਂ ਭਿੱਖੀਵਿੰਡ ਨੇੜੇ SHO ਤੇਗ ਬਹਾਦਰ ਨੇ ਵੈਨ ਰੋਕ ਲਈ ਤੇ ਜਗੀਰ ਸਿੰਘ ਨੂੰ ਧੂ ਕੇ ਬਾਹਰ ਕੱਢ ਲਿਆ। ਉਸ ਤੋਂ ਬਾਅਦ ਜਗੀਰ ਸਿੰਘ ਤੇ ਉਸ ਦੇ ਪੁੱਤਰ ਕਮਲਜੀਤ ਸਿੰਘ ਦੀ ਅੱਜ ਤੱਕ ਕੋਈ ਸੂਹ ਨਹੀਂ ਮਿਲੀ। ਸਪਸ਼ਟ ਹੈ ਕਿ ਦੋਵਾਂ ਨੂੰ ਪੁਲਿਸ ਨੇ ਮਾਰ ਕੇ ਲਾਸ਼ਾਂ ਨੂੰ ਕਿਧਰੇ ਖਪਾ ਦਿੱਤਾ। ਪਤੀ ਤੇ 2 ਜਵਾਨ ਪੁੱਤਰ ਗਵਾ ਲੈਣ ਤੋਂ ਬਾਅਦ ਬੀਬੀ ਹਰਭਜਨ ਕੌਰ ਆਪਣੀਆਂ ਧੀਆਂ ਦੀ ਇੱਜ਼ਤ ਬਚਾਉਣ ਲਈ ਤਰਨਤਾਰਨ ਵਾਲਾ ਘਰ ਛੱਡ ਕੇ ਮੁੜ ਆਪਣੇ ਪਿੰਡ ਆ ਵਸੀ। ਤਰਨਤਾਰਨ ਵਾਲੇ ਘਰ ਤੇ CIA ਦੇ ਇੰਸਪੈਕਟਰ ਰਾਮਨਾਥ ਨੇ ਕਬਜ਼ਾ ਕਰ ਲਿਆ। ਬੀਬੀ ਹਰਭਜਨ ਕੌਰ ਨੇ ਹਿਊਮਨ ਰਾਈਟਸ ਵਿੰਗ ਦੇ ਆਗੂਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੇ ਦੁੱਖਾਂ ਦੀ ਵਿਥਿਆ ਸੁਣਾਈ। ਹਿਊਮਨ ਰਾਈਟਸ ਵਿੰਗ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਪੀੜਤ ਪਰਿਵਾਰ ਲਈ ਰਾਹਤ ਦੀ ਮੰਗ ਕੀਤੀ। ਪਟੀਸ਼ਨ ਤੋਂ ਬਾਅਦ ਇੰਸਪੈਕਟਰ ਰਾਮਨਾਥ ਨੇ ਝਾਮਕੇ ਪਿੰਡ ਪਹੁੰਚ ਕੇ ਬੀਬੀ ਹਰਭਜਨ ਕੌਰ ਨੂੰ ਘਰ ਦੀਆਂ ਚਾਬੀਆਂ ਸੌਂਪ ਦਿੱਤੀਆਂ। ਉਸ ਨੂੰ ਘਰ ਤਾਂ ਵਾਪਸ ਮਿਲ ਗਿਆ, ਪਰ ਪਤੀ ਤੇ 2 ਪੁੱਤਰਾਂ ਦੇ ਕਤਲਾਂ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ। ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਉੱਤੇ ਪੁਲਸੀ ਕਹਿਰ। ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਦਾਦੇ ਸਰਦਾਰ ਅਰਜਨ ਸਿੰਘ ਨੇ ਅਖਬਾਰੀ ਨੁਮਾਇੰਦਿਆਂ ਦੇ ਸਾਹਮਣੇ ਉਸ ਦੇ ਪਰਿਵਾਰ ਉੱਤੇ ਪੁਲਿਸ ਵੱਲੋਂ ਢਾਹੇ ਗਏ ਕਹਿਰ ਦਾ ਸਾਰਾ ਕਿੱਸਾ ਬਿਆਨ ਕੀਤਾ ਸੀ, ਜਿਸ ਮੁਤਾਬਕ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਝਬਾਲ ਥਾਣੇ ਦੀ ਪੁਲਿਸ ਨੇ 20 ਨਵੰਬਰ 1992 ਨੂੰ ਘਰੋਂ ਚੁੱਕ ਲਿਆ ਸੀ। ਉਸ ਨੂੰ 4-5 ਦਿਨ ਤਾਂ ਝਬਾਲ ਥਾਣੇ ਵਿੱਚ ਰੱਖਿਆ ਤੇ ਫਿਰ ਮਾਨੋਚਾਲ ਪਿੰਡ ਦੀ ਪੁਲਿਸ ਚੌਂਕੀ ਵਿੱਚ ਭੇਜ ਦਿੱਤਾ। ਉਸ ਵੇਲੇ ਚੌਂਕੀ ਦਾ ਇੰਚਾਰਜ ਰਾਜਕੁਮਾਰ ਸੀ, ਜਿਹੜਾ ਖਾੜਕੂ ਸਿੰਘਾਂ ਦੇ ਪਰਿਵਾਰਾਂ ਉੱਤੇ ਅੰਨਾ ਤਸ਼ੱਦਦ ਕਰਨ ਵਿੱਚ ਮੋਹਰੀ ਸੀ। ਹਫ਼ਤੇ ਕੁ ਬਾਅਦ ਪੁਲਿਸ ਨੇ ਪਰਮਜੀਤ ਸਿੰਘ ਪੰਜਵੜ ਦੀ ਭਰਜਾਈ ਸੁਖਜਿੰਦਰ ਕੌਰ ਤੇ ਉਸ ਦੇ ਮਾਤਾ-ਪਿਤਾ ਪਿੰਡ ਰਾਣੀਆਂ ਥਾਣਾ ਧਾਰੀਵਾਲ ਨੂੰ ਫੜ ਕੇ ਝਬਾਲ ਥਾਣੇ ਵਿੱਚ ਬੰਦ ਕਰ ਦਿੱਤਾ, ਜਿੱਥੋਂ ਸੁਖਜਿੰਦਰ ਕੌਰ ਦੇ ਮਾਤਾ-ਪਿਤਾ ਨੂੰ ਤਾਂ 15 ਦਿਨਾਂ ਪਿੱਛੋਂ ਰਿਹਾ ਕਰ ਦਿੱਤਾ, ਪਰ ਉਸ ਨੂੰ 22 ਦਿਨ ਹਿਰਾਸਤ ਵਿੱਚ ਰੱਖਿਆ। ਉਸ ਤੋਂ 20 ਕੁ ਦਿਨ ਬਾਅਦ ਪਰਮਜੀਤ ਸਿੰਘ ਪੰਜਵੜ ਦੇ ਦਾਦੇ ਸਰਦਾਰ ਅਰਜਨ ਸਿੰਘ ਨੂੰ ਫੜ ਕੇ ਉਸ ਉੱਤੇ ਇੰਨਾ ਤਸ਼ੱਦਦ ਕੀਤਾ ਕਿ ਉਸ ਦਾ ਮੋਢਾ ਉਤਰ ਗਿਆ, ਜਿਸ ਦਾ ਕੋਈ ਇਲਾਜ ਨਾ ਕਰਾਇਆ ਗਿਆ। 26 ਨਵੰਬਰ ਨੂੰ ਪਰਮਜੀਤ ਸਿੰਘ ਦੇ ਭਰਾ ਅਮਰਜੀਤ ਸਿੰਘ, ਜਿਹੜਾ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ, ਨੂੰ ਵੀ ਚੁੱਕ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਸੀ। ਉਸ ਨੂੰ 10 ਮਹੀਨਿਆਂ ਪਿੱਛੋਂ ਜਾ ਕੇ 30 ਸਤੰਬਰ 1993 ਨੂੰ ਛੱਡਿਆ ਗਿਆ ਸੀ।
ਨਵੰਬਰ ਵਿੱਚ ਹੀ ਪਰਮਜੀਤ ਸਿੰਘ ਦੀ ਭੂਆ ਕੈਲਾਸ਼ ਕੌਰ, ਜੋ ਪਿੰਡ ਠਰੂ ਵਿਆਹੀ ਹੋਈ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਨੂੰ 4 ਮਹੀਨੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਪਿੱਛੋਂ ਛੱਡਿਆ। ਪਰਮਜੀਤ ਸਿੰਘ ਦੇ ਇੱਕ ਹੋਰ ਭਰਾ ਫੌਜੀ ਬਲਦੇਵ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ 4 ਮਹੀਨੇ ਹਿਰਾਸਤ ਵਿੱਚ ਰੱਖਿਆ ਗਿਆ ਸੀ। ਪਰਮਜੀਤ ਸਿੰਘ ਦੇ ਇੱਕ ਹੋਰ ਭਰਾ ਸਰਬਜੀਤ ਸਿੰਘ ਦੇ ਸਹੁਰੇ ਨੂੰ ਵੀ ਫੜ ਕੇ ਝਬਾਲ ਥਾਣੇ ਵਿੱਚ ਰੱਖਿਆ। ਨੌਸ਼ਹਿਰੇ ਢਾਲੇ ਤੋਂ ਪਰਮਜੀਤ ਸਿੰਘ ਦੇ ਮਾਮੇ ਤੇ ਉਸ ਦੇ 2 ਨੌਜਵਾਨ ਮੁੰਡਿਆਂ ਭੋਲਾ ਤੇ ਬਿੱਟੂ ਨੂੰ ਵੀ ਫੜ ਕੇ ਥਾਣੇ ਵਿੱਚ ਰੱਖਿਆ ਗਿਆ। ਭਾਈ ਜਸਵੰਤ ਸਿੰਘ ਖਾਲੜਾ ਤੇ ਉਸ ਦੇ ਸਾਥੀ ਗੁਰਭੇਜ ਸਿੰਘ ਪਲਾਸੌਰ ਨੇ ਜਸਟਿਸ ਅਜੀਤ ਸਿੰਘ ਬੈਂਸ ਤੱਕ ਪਹੁੰਚ ਕੀਤੀ ਅਤੇ ਜਸਟਿਸ ਬੈਂਸ ਨੇ ਅਪ੍ਰੈਲ 1993 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ, ਜਿਸ ਤੇ ਅਮਲ ਕਰਦਿਆਂ ਹਾਈ ਕੋਰਟ ਦੇ ਜੱਜ HS ਬੇਦੀ ਨੇ CBI ਨੂੰ ਮਾਮਲੇ ਦੀ ਜਾਂਚ ਕਰਨ ਦਾ ਜ਼ਿੰਮਾ ਸੌਂਪ ਦਿੱਤਾ ਸੀ। ਇਸ ਤੋਂ ਚਿੜ ਕੇ ਤਰਨਤਾਰਨ ਦੇ DSP ਅਸ਼ੋਕ ਕੁਮਾਰ, ਝਬਾਲ ਥਾਣੇ ਦੇ SHO ਜਗਦੀਪ ਸਿੰਘ ਤੇ ਮਾਨੋਚਾਲ ਥਾਣੇ ਦੇ SHO ਨੇ ਪਰਮਜੀਤ ਸਿੰਘ ਦੇ ਛੋਟੇ ਭਰਾ ਰਾਜਵਿੰਦਰ ਸਿੰਘ ਰਾਜੂ ਨੂੰ ਘਰੋਂ ਅਗਵਾ ਕਰ ਲਿਆ, ਜਿਸ ਦੀ ਅਜੇ ਤੱਕ ਵੀ ਕੋਈ ਉਗ-ਸੁਗ ਨਹੀਂ ਮਿਲੀ। CBI ਦੇ ਜਾਂਚ ਅਧਿਕਾਰੀ ਨੇ ਪਰਮਜੀਤ ਸਿੰਘ ਦੇ ਦਾਦੇ ਸਰਦਾਰ ਅਰਜਨ ਸਿੰਘ ਨੂੰ ਸ਼ਰੇਆਮ ਕਹਿ ਦਿੱਤਾ ਸੀ कि पटिशनों का रास्ता छोड़कर अपने बच्चे संभालो। पुलिस ने भी सरदार अर्जन सिंह नूं सुनेहे भेजे कि पटिशन वापस कराओ, नहीं तां राजू भी लापता कर देवांगे। बाद विच जाके यह साबित हो गया कि पुलिस दी यह धमकी फोकी नहीं सी। माता महिंदर कौर पुलिस दे तसीहां करके अक्तूबर 1993 विच मानोचाल दी चौंकी विच चलाना कर गई सी। पुलिसी दरिंदे उस दी लाश नूं किसे अणदसी जगह ते सुੱਟ आए सन, शायद हरीके पत्तन विखे दरिया विच रोड़ आए सन, जिस करके उस दा कोई सुराग नहीं मिलिया। नवंबर 1992 विच पुलिस ने भाई परमजीत सिंह पंजवड़ दे घर उत्ते कब्जा कर लिया सी। उस दा घर ढा दिता ते उत्थे पुलिस ने अपनी चौंकी बना लई। खेतां विच खड़ी कमाद ते झोने दी सारी फसल वढ लई। खेतां विच खड़े सफेदे भी वढ के वेच छड्डे। पुलिस वाले किल्लियां ते बज्जियां मੱਝਾਂ खोल के लै गए। 1.5 साल तक जमीन उवें बंजर पई रही। 1994 ਦੇ ਸ਼ੁਰੂ ਵਿੱਚ ਹਿਊਮਨ ਰਾਈਟਸ ਵਿੰਗ ਦੇ ਕਹਿਣ ਤੇ ਘਰਦਿਆਂ ਨੇ ਮਾਤਾ ਮਹਿੰਦਰ ਕੌਰ ਤੇ ਰਾਜਵਿੰਦਰ ਰਾਜੂ ਦੇ ਲਾਪਤਾ ਹੋਣ ਬਾਰੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਸੀ, ਜਿਸ ਵਿੱਚ ਜਸਵੰਤ ਸਿੰਘ ਖਾਲੜਾ ਦਾ ਨੇੜਲਾ ਸਾਥੀ ਗੁਰਭੇਜ ਸਿੰਘ ਪਲਾਸੌਰ ਗਵਾਹ ਬਣਿਆ। CBI ਨੇ ਪਰਿਵਾਰ ਨਾਲ ਸੰਬੰਧਿਤ ਸਾਰੇ ਕੇਸ ਇਕੱਠੇ ਕਰ ਦਿੱਤੇ। ਇਹ ਕੇਸ ਮੋਹਾਲੀ ਦੀ CBI ਕੋਰਟ ਵਿੱਚ ਅਜੇ ਤੱਕ ਚੱਲ ਰਿਹਾ ਹੈ, ਜਿਸ ਵਿੱਚ ਸਰਦਾਰ ਰਾਜਵਿੰਦਰ ਸਿੰਘ ਬੈਂਸ ਮੁੱਖ ਵਕੀਲ ਨੇ। ਰਾਮ ਨਾਰਾਇਣ ਕੁਮਾਰ ਅਤੇ ਜਸਵੰਤ ਸਿੰਘ ਖਾਲੜੇ ਦੇ ਸਾਥੀਆਂ ਨੇ 25 ਸਤੰਬਰ 1995 ਨੂੰ ਸੁਪਰੀਮ ਕੋਰਟ ਵਿੱਚ ਵੀ ਕੇਸ ਪਾ ਦਿੱਤਾ ਸੀ, ਜਿਸ ਦਾ ਫੈਸਲਾ ਅਜੇ ਤੱਕ ਨਹੀਂ ਹੋਇਆ। ਵਿੰਗ ਦੇ ਆਗੂਆਂ ਉੱਤੇ ਹਮਲੇ। ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸੰਪੂਰਨ ਸਿੰਘ ਬਾਕੀਪੁਰ ਤੇ ਪਲਾਸੌਰ ਦੇ ਸਰਪੰਚ ਗੁਰਭੇਜ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀ ਜਦੋਂ ਉਹ ਸ਼ਹਿਰ ਵਿੱਚ ਆਪਣੇ ਕਿਸੇ ਕੰਮ ਦੇ ਸਬੰਧ ਵਿੱਚ ਤੁਰੇ ਜਾ ਰਹੇ ਸਨ ਤਾਂ DSP ਸਿਟੀ ਤਰਨਤਾਰਨ ਜਸਪਾਲ ਸਿੰਘ ਨੇ ਉਹਨਾਂ ਨੂੰ ਆਪਣੇ ਦਫ਼ਤਰ ਦੇ ਸਾਹਮਣੇ ਬੇਵਜ੍ਹਾ ਫੜ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਉਹਨਾਂ ਵੱਲੋਂ ਵਿਰੋਧ ਜਤਾਉਣ ਉਪਰੰਤ ਪੁਲਿਸ ਨੇ ਉਹਨਾਂ ਦੀਆਂ ਜ਼ਬਰਦਸਤੀ ਪੱਗਾਂ ਉਤਾਰ ਦਿੱਤੀਆਂ ਤੇ ਫਿਰ ਉਹਨਾਂ ਪੱਗਾਂ ਨੂੰ ਇੱਕ ਢਾਂਗੀ ਉੱਤੇ ਟੰਗ ਕੇ ਸ਼ਹਿਰ ਵਿੱਚ ਘੁਮਾਇਆ ਗਿਆ। ਅਜਿਹਾ ਉਹਨਾਂ ਨੂੰ ਪੁਲਿਸ ਦੇ ਵਿਰੁੱਧ ਆਵਾਜ਼ ਉਠਾਉਣ ਤੋਂ ਮਨ੍ਹਾ ਕਰਨ ਲਈ ਕੀਤਾ ਗਿਆ ਸੀ। ਸਿਵਲ ਤੇ ਨਿਆਇਕ ਅਧਿਕਾਰੀਆਂ ਦੀ ਪੁਲਿਸ ਨਾਲ ਮਿਲੀ ਭੁਗਤ ਦਾ ਸਬੂਤ ਉਸ ਵੇਲੇ ਮਿਲਿਆ ਜਦੋਂ SDM ਤਰਨਤਾਰਨ ਨੇ ਗੁਰਭੇਜ ਸਿੰਘ ਸਮੇਤ ਹਿਊਮਨ ਰਾਈਟਸ ਵਿੰਗ ਦੇ 6 ਵਰਕਰਾਂ ਨੂੰ ਉਹਨਾਂ ਉੱਤੇ ਪੁਲਿਸ ਵੱਲੋਂ 157 ਅਧੀਨ ਪਾਏ ਝੂਠੇ ਕੇਸਾਂ ਵਿੱਚ 3 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦੇ ਦਿੱਤਾ। ਭਾਈ ਜਸਵੰਤ ਸਿੰਘ ਖਾਲੜਾ ਨੇ ਉਪਰੋਕਤ ਪ੍ਰੈਸ ਕਾਨਫਰੰਸ ਵਿੱਚ ਅਜੀਤ ਸਿੰਘ ਸੰਧੂ ਨੂੰ ਤਰਨਤਾਰਨ ਤੋਂ ਬਦਲਣ ਦੀ ਮੰਗ
ਮੁੜ ਪੂਰੇ ਜ਼ੋਰ ਨਾਲ ਉਠਾਈ ਸੀ। ਉਸ ਨੇ ਕਿਹਾ ਕਿ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਗਏ ਇਨ੍ਹਾਂ ਤੱਥਾਂ ਦੀ ਰੋਸ਼ਨੀ ਵਿੱਚ ਨਿਰਪੱਖ ਜਾਂਚ ਕਰਾਉਣ ਲਈ ਅਜੀਤ ਸਿੰਘ ਸੰਧੂ ਨੂੰ ਤਰਨਤਾਰਨ ਜ਼ਿਲ੍ਹੇ ਤੋਂ ਬਦਲਣਾ ਨਿਹਾਇਤ ਜ਼ਰੂਰੀ ਹੋ ਗਿਆ ਹੈ। ਪੁਲਿਸ ਵੱਲੋਂ ਮਚਾਈ ਇਸ ਹਨੇਰਗਰਦੀ ਤੋਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਵੀ ਨਹੀਂ ਬਚੇ ਸਨ। 22 ਅਗਸਤ 1995 ਨੂੰ 137 ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਹਿਊਮਨ ਰਾਈਟਸ ਵਿੰਗ ਕੋਲੋਂ ਕਾਨੂੰਨੀ ਇਮਦਾਦ ਦੀ ਮੰਗ ਕੀਤੀ ਸੀ। UNO ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਫਦ ਨਾਲ 2 ਅਹਿਮ ਮੁਲਾਕਾਤਾਂ। 1995 ਦੀਆਂ ਗਰਮੀਆਂ ਵਿੱਚ UNO ਦੇ ਹਿਊਮਨ ਰਾਈਟਸ ਕਮਿਸ਼ਨ ਦੀ ਇੱਕ ਟੀਮ ਇਸ ਦੇ ਚੇਅਰਮੈਨ ਹੋਜ਼ੇ ਅਯਾਲਾ ਲਾਸੋ ਦੀ ਅਗਵਾਈ ਹੇਠ ਪੰਜਾਬ, ਕਸ਼ਮੀਰ ਤੇ ਉੱਤਰ ਪੂਰਬੀ ਰਾਜਾਂ ਅੰਦਰ ਭਾਰਤੀ ਰਾਜ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਹਥਿਆਰਬੰਦ ਸੰਘਰਸ਼ ਲੜ ਰਹੇ ਲੋਕਾਂ ਉੱਤੇ ਸਰਕਾਰੀ ਹਥਿਆਰਬੰਦ ਬਲਾਂ ਵੱਲੋਂ ਢਾਹੇ ਜਾ ਰਹੇ ਗੈਰ ਕਾਨੂੰਨੀ ਤੇ ਅਣਮਨੁੱਖੀ ਜ਼ੁਲਮਾਂ ਬਾਰੇ ਸੱਚਾਈ ਦਾ ਪਤਾ ਲਾਉਣ ਲਈ ਭਾਰਤ ਪੁੱਜੀ ਸੀ। ਭਾਰਤ ਸਰਕਾਰ ਵੱਲੋਂ ਉਸ ਟੀਮ ਨੂੰ ਪੰਜਾਬ ਆਉਣ ਤੋਂ ਰੋਕਣ ਲਈ ਪੁਰਜ਼ੋਰ ਯਤਨ ਕੀਤੇ ਗਏ ਸਨ, ਪਰ ਉਹ ਟੀਮ ਜ਼ਿੱਦ ਕਰਕੇ ਪੰਜਾਬ ਆਉਣ ਵਿੱਚ ਸਫਲ ਹੋ ਗਈ ਸੀ। 24 ਮਈ ਨੂੰ ਇਸ ਕਮਿਸ਼ਨ ਦੀ ਪਹਿਲੀ ਬੈਠਕ ਚੰਡੀਗੜ੍ਹ ਦੇ ਮਾਊਂਟ ਵਿਊ ਹੋਟਲ ਵਿੱਚ ਹੋਈ ਸੀ, ਜਿੱਥੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਸਰਗਰਮ ਵੱਖ-ਵੱਖ ਜਥੇਬੰਦੀਆਂ ਦੇ ਅੱਧੀ ਦਰਜਨ ਦੇ ਕਰੀਬ ਵਫਦਾਂ ਨੇ ਕਮਿਸ਼ਨ ਨੂੰ ਪੰਜਾਬ ਅੰਦਰ ਪੁਲਿਸ ਤੇ ਕੇਂਦਰੀ ਬਲਾਂ ਵੱਲੋਂ ਸਿੱਖਾਂ ਉੱਤੇ ਕੀਤੇ ਜਾ ਰਹੇ ਵਹਿਸ਼ੀ ਜ਼ੁਲਮਾਂ ਦੀ ਦਾਸਤਾਂ ਬਿਆਨ ਕੀਤੀ। ਵੱਖੋ-ਵੱਖਰੇ ਵਫਦ ਲੈ ਕੇ ਪਹੁੰਚੀਆਂ ਪ੍ਰਮੁੱਖ ਹਸਤੀਆਂ ਵਿੱਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ, ਸਰਕਾਰੀ ਜਬਰ ਵਿਰੋਧੀ ਲਹਿਰ ਦੇ ਕਨਵੀਨਰ ਇੰਦਰਜੀਤ ਸਿੰਘ ਜੇਜੀ, ਉਹਨਾਂ ਦੀ ਭੈਣ ਬੀਬੀ ਬਲਜੀਤ ਕੌਰ, ਕਰਨਲ ਪ੍ਰਤਾਪ ਸਿੰਘ, ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਪ੍ਰੋਫੈਸਰ ਜਗਮੋਹਨ ਸਿੰਘ ਤੇ ਹੋਰ, ਹਾਈ ਕੋਰਟ ਦੇ ਵਕੀਲ ਰੰਜਨ ਲਖਨਪਾਲ, ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਚੇਅਰਮੈਨ ਜਸਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ, ਵਾਈਸ ਚੇਅਰਮੈਨ ਅਮਰੀਕ ਸਿੰਘ ਮੁਕਤਸਰ ਅਤੇ ਕਾਨੂੰਨੀ ਸੈੱਲ ਦੇ ਕਨਵੀਨਰ ਐਡਵੋਕੇਟ ਨਵਕਿਰਨ ਸਿੰਘ ਆਦਿ ਸ਼ਾਮਲ ਸਨ। ਇਸ ਮੁਲਾਕਾਤ ਦੌਰਾਨ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਵੱਲੋਂ ਕਮਿਸ਼ਨ ਨੂੰ ਅੰਗਰੇਜ਼ੀ ਵਿੱਚ ਲਿਖਿਆ 12 ਸਫ਼ਿਆਂ ਦਾ ਦਸਤਾਵੇਜ਼ ਸੌਂਪਿਆ ਗਿਆ ਸੀ, ਜਿਸ ਵਿੱਚ ਸਿੱਖ ਮਸਲੇ ਦੇ ਇਤਿਹਾਸਕ ਤੇ ਰਾਜਨੀਤਿਕ ਪਹਿਲੂਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ ਸੀ। ਇਸ ਵਿੱਚ ਭਾਰਤ ਦਾ ਸੰਵਿਧਾਨ ਤਿਆਰ ਕਰਨ ਵੇਲੇ ਵਿਧਾਨ ਸਾਜ ਅਸੈਂਬਲੀ ਵਿੱਚ ਹੋਈਆਂ ਬਹਿਸਾਂ ਦੇ ਹਵਾਲੇ ਨਾਲ ਭਾਰਤੀ ਸੰਵਿਧਾਨ ਦਾ ਫਿਰਕੂ ਤੇ ਪੱਖਪਾਤੀ ਖਾਸਾ ਉਜਾਗਰ ਕੀਤਾ ਗਿਆ ਸੀ। ਇਸ ਦੇ ਨਾਲ ਹੀ 1947 ਤੋਂ ਲੈ ਕੇ ਸਿੱਖਾਂ ਨਾਲ ਪੈਰ-ਪੈਰ ਤੇ ਕੀਤੇ ਗਏ ਵਿਤਕਰਿਆਂ ਤੇ ਬੇਇਨਸਾਫੀਆਂ ਦਾ ਠੋਸ ਤੱਥਾਂ ਦੇ ਹਵਾਲੇ ਨਾਲ ਕੱਚਾ ਚਿੱਠਾ ਬਿਆਨ ਕੀਤਾ ਗਿਆ ਸੀ। ਭਾਰਤੀ ਰਾਜ ਵੱਲੋਂ ਸਿੱਖ ਕੌਮ ਨਾਲ ਕੀਤੀ ਗਈ ਤੇ ਕੀਤੀ ਜਾ ਰਹੀ ਇਸ ਵਿਤਕਰੇਬਾਜ਼ੀ ਤੇ ਧੱਕੇਸ਼ਾਹੀ ਦੇ ਖਿਲਾਫ ਸਿੱਖਾਂ ਵੱਲੋਂ ਜਮਹੂਰੀ ਮਰਿਆਦਾ ਵਿੱਚ ਰਹਿੰਦਿਆਂ ਕੀਤੇ ਗਏ ਸੰਘਰਸ਼ ਅਤੇ ਇਸ ਦੇ ਜਵਾਬ ਵਿੱਚ ਉਹਨਾਂ ਉੱਤੇ ਢਾਹੇ ਗਏ ਵਹਿਸ਼ੀ ਜ਼ਬਰ ਦਾ ਭਰਵਾਂ ਖੁਲਾਸਾ ਕੀਤਾ ਗਿਆ ਸੀ। ਲਿਖਤ ਵਿੱਚ ਠੋਸ ਵੇਰਵੇ ਦੇ ਕੇ ਭਾਰਤੀ ਜਮਹੂਰੀਅਤ ਦਾ ਢਕੌਂਜ ਬੇਪਰਦ ਕੀਤਾ ਗਿਆ ਸੀ ਅਤੇ ਇਸ ਤਰੀਕੇ ਨਾਲ ਭਾਰਤੀ ਰਾਜ ਦੇ ਹਿੰਦੂ ਫਿਰਕਾ ਪ੍ਰਸਤ ਤੇ ਫਾਸ਼ੀਵਾਦੀ ਚਰਿੱਤਰ ਨੂੰ ਪ੍ਰਮਾਣਾਂ ਸਹਿਤ ਸਾਬਤ ਕੀਤਾ ਗਿਆ ਸੀ। ਇਸ ਸਾਰੇ ਕੁਝ ਦੇ ਨਤੀਜੇ ਵਜੋਂ ਭਾਰਤ ਅੰਦਰ ਘੱਟ ਗਿਣਤੀ ਧਰਮਾਂ ਤੇ ਕੌਮੀਅਤਾਂ ਨੂੰ ਲਗਾਤਾਰ ਭੁਗਤਣੀ ਪੈ ਰਹੀ ਜ਼ਲਾਲਤ ਤੇ ਗੁਲਾਮੀ ਦੀ ਘਿਣਾਉਣੀ ਤਸਵੀਰ ਪੇਸ਼ ਕੀਤੀ ਗਈ ਸੀ ਅਤੇ ਇਸ ਮਸਲੇ ਨੂੰ ਹੱਲ ਕਰਨ ਲਈ ਭਾਰਤੀ ਉਪ ਮਹਾਦੀਪ ਦੇ ਮੌਜੂਦਾ ਰਾਜਸੀ ਸਰੂਪ ਨੂੰ ਨਵੇਂ ਸਿਰਿਓਂ ਜਮਹੂਰੀ ਲੀਹਾਂ ਤੇ ਜਥੇਬੰਦ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ। ਦੂਜੀ ਬੈਠਕ। ਉਪਰੋਕਤ ਕਮਿਸ਼ਨ ਨੇ ਕੁਝ ਵਕਤ ਬਾਅਦ ਆਪਣੀ ਇੱਕ ਟੀਮ ਉਚੇਚੇ ਤੌਰ ਤੇ ਅੰਮ੍ਰਿਤਸਰ ਘੱਲੀ ਸੀ, ਜਿਸ ਦਾ ਮੁੱਖ ਮਕਸਦ ਪੁਲਿਸ ਵੱਲੋਂ ਲਾਪਤਾ ਕੀਤੇ ਦੱਸੇ ਜਾਂਦੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲ ਕੇ ਸੱਚਾਈ ਦਾ ਪਤਾ ਲਾਉਣਾ ਸੀ।
ਇਸ ਮੰਤਵ ਲਈ ਕਮਿਸ਼ਨ ਨੇ ਭਾਈ ਜਸਵੰਤ ਸਿੰਘ ਨੂੰ ਉਸਦੇ ਘਰ ਦੇ ਫੋਨ ਤੇ ਸੰਪਰਕ ਕਰਨ ਦੇ ਕਾਫੀ ਯਤਨ ਕੀਤੇ ਸਨ, ਪਰ ਉਹਨਾਂ ਦਿਨਾਂ ਵਿੱਚ ਜਸਵੰਤ ਸਿੰਘ ਆਪਣੇ ਰੁਝੇਵਿਆਂ ਕਰਕੇ ਘਰ ਤੋਂ ਜ਼ਿਆਦਾਤਰ ਬਾਹਰ ਹੀ ਹੁੰਦਾ ਸੀ। ਉਸ ਵੇਲੇ ਅਜੇ ਮੋਬਾਈਲ ਫੋਨ ਪ੍ਰਚਲਿਤ ਨਹੀਂ ਹੋਏ ਸਨ, ਜਿਸ ਕਰਕੇ ਉਸ ਦਾ ਕਮਿਸ਼ਨ ਨਾਲ ਲਗਭਗ ਆਖਰੀ ਮੌਕੇ ਹੀ ਸੰਪਰਕ ਹੋ ਸਕਿਆ ਸੀ। ਕਮਿਸ਼ਨ ਦੀ ਟੀਮ ਆਗੂ ਮੈਡਮ ਨੇ ਜਸਵੰਤ ਸਿੰਘ ਨੂੰ ਕਿਹਾ ਸੀ ਕਿ ਉਹਨਾਂ ਕੋਲ 21 ਦਿਨ ਬਚਿਆ ਸੀ ਅਤੇ ਉਹਨਾਂ ਦੀ ਟੀਮ ਪੁਲਿਸ ਦੇ ਸ਼ਿਕਾਰ ਹੋਏ ਪਰਿਵਾਰਾਂ ਨੂੰ ਹਰ ਹਾਲਤ ਵਿੱਚ ਮਿਲਣਾ ਚਾਹੁੰਦੀ ਹੈ। ਭਾਈ ਜਸਵੰਤ ਸਿੰਘ ਨੇ ਖੜੇ ਪੈਰ ਅੰਮ੍ਰਿਤਸਰ ਸ਼ਹਿਰ ਚੋਂ ਹੀ 2 ਪਰਿਵਾਰਾਂ ਦੇ ਮੈਂਬਰਾਂ ਨਾਲ ਸੰਪਰਕ ਕੀਤਾ। ਇੱਕ ਬੀਬੀ ਸੁਖਜੀਤ ਕੌਰ ਬਰਾੜ, ਸੁਪਤਨੀ ਸਰਦਾਰ ਹਰਭਜਨ ਸਿੰਘ ਬਰਾੜ, ਜੋ ਸੀਨੀਅਰ ਸੈਕੰਡਰੀ ਸਕੂਲ ਪੁਤਲੀ ਘਰ ਵਿੱਚ ਅਧਿਆਪਕਾ ਸੀ। ਉਸ ਦੇ ਭਤੀਜੇ ਨਿਰਮਲ ਸਿੰਘ ਨਿੰਮਾ ਪਿੰਡ ਕਾਵਾਂ ਨੂੰ ਪੁਲਿਸ ਨੇ 4 ਹੋਰਨਾਂ ਖਾੜਕੂਆਂ ਸਮੇਤ ਤਸੀਹੇ ਦੇ ਕੇ ਜਾਨੋਂ ਖਤਮ ਕਰਕੇ 5 ਹੀ ਲਾਸ਼ਾਂ ਦਾ ਵੇਰਕੇ ਦੇ ਸ਼ਮਸ਼ਾਨ ਘਾਟ ਵਿੱਚ ਅਣਪਛਾਤੇ ਕਹਿ ਕੇ ਇਕੱਠਿਆਂ ਹੀ ਸੰਸਕਾਰ ਕਰ ਦਿੱਤਾ ਸੀ। ਦੂਜੀ ਬੀਬੀ ਝਬਾਲ ਨੇੜਲੇ ਪਿੰਡ ਮੰਨਣ ਦੀ ਸੀ, ਜੋ ਪੁਤਲੀ ਘਰ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੀ ਸੀ। ਪੁਲਿਸ ਨੇ ਉਸ ਦੇ 3 ਮੁੰਡਿਆਂ ਨੂੰ ਘੋਰ ਤਸ਼ੱਦਦ ਕਰਕੇ ਮਾਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਵਿੱਚ ਅਣਪਛਾਤੀਆਂ ਕਹਿ ਕੇ ਸਾੜ ਦਿੱਤੀਆਂ ਸਨ। ਬੀਬੀ ਸੁਖਜੀਤ ਕੌਰ ਬਰਾੜ ਨੇ ਇਹਨਾਂ ਸਤਰਾਂ ਦੇ ਲੇਖਕ ਨੂੰ ਦੱਸਿਆ ਕਿ ਜਦੋਂ ਅਸੀਂ ਜਸਵੰਤ ਸਿੰਘ ਨਾਲ ਮੋਹਨ ਇੰਟਰਨੈਸ਼ਨਲ ਹੋਟਲ ਪੁੱਜੇ ਤਾਂ ਹੋਟਲ ਦੇ ਗੇਟ ਦੇ ਬਾਹਰ ਪੁਲਿਸ ਦੀਆਂ ਧਾੜਾਂ ਤੈਨਾਤ ਕੀਤੀਆਂ ਦਿਸੀਆਂ। ਜਸਵੰਤ ਸਿੰਘ ਨੂੰ ਦੇਖਦਿਆਂ ਹੀ ਪੁਲਿਸੀਏ ਇੱਕਦਮ ਚੁਕੰਨੇ ਹੋ ਗਏ ਸਨ ਅਤੇ ਸਾਰਿਆਂ ਨੇ ਉਸ ਵੱਲ ਘੂਰ ਕੇ ਵੇਖਣਾ ਸ਼ੁਰੂ ਕਰ ਦਿੱਤਾ ਸੀ। ਬੜਾ ਡਰਾਉਣਾ ਦ੍ਰਿਸ਼ ਸੀ। ਅਸੀਂ ਹੋਟਲ ਦੀ ਰਿਸੈਪਸ਼ਨ ਵਿੱਚ ਜਾ ਬੈਠੇ। ਪੁਲਿਸੀਏ ਲਗਾਤਾਰ ਜਸਵੰਤ ਵੱਲ ਘੂਰੀਆਂ ਵੱਟ ਕੇ ਦੇਖ ਰਹੇ ਸਨ। ਮੈਂ ਜਸਵੰਤ ਨੂੰ ਕਿਹਾ, ਪੁੱਤਰਾ ਤੇਰੀ ਖੈਰ ਨਹੀਂ ਜਾਪਦੀ, ਦੇਖ ਪੁਲਿਸ ਕਿਵੇਂ ਤੇਰੇ ਵੱਲ ਵੱਢ ਖਾਣਿਆਂ ਵਾਂਗੂ ਝਾਕ ਰਹੀ ਹੈ। ਜਸਵੰਤ ਸਿੰਘ ਕਹਿਣ ਲੱਗਾ, ਭੈਣ ਜੀ ਮੈਂ ਜਦੋਂ ਇਸ ਰਾਹ ਤੇ ਤੁਰਿਆ ਸੀ ਤਾਂ ਸਿਰ ਉੱਤੇ ਕਫਨ ਬੰਨ੍ਹ ਕੇ ਤੁਰਿਆ ਸੀ, ਇਸ ਕਰਕੇ ਕੋਈ ਗੱਲ ਨਹੀਂ, ਜੋ ਹੋਵੇਗਾ ਦੇਖ ਲਵਾਂਗੇ। ਦੋਵਾਂ ਬੀਬੀਆਂ ਨੇ ਕਮਿਸ਼ਨ ਦੀ ਟੀਮ ਅੱਗੇ ਆਪਣਾ ਸਾਰਾ ਦੁੱਖ ਬਿਆਨ ਕੀਤਾ। ਟੀਮ ਨੇ ਉਹਨਾਂ ਦੀ ਹਰ ਗੱਲ ਡੂੰਘੇ ਗੌਰ ਨਾਲ ਸੁਣੀ ਸੀ, ਜਿਸ ਦੌਰਾਨ ਜਸਵੰਤ ਸਿੰਘ ਖਾਲੜੇ ਨੇ ਦੁਭਾਸ਼ੀਏ ਦਾ ਰੋਲ ਨਿਭਾਇਆ ਸੀ। ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਅਣਪਛਾਤੀਆਂ ਲਾਸ਼ਾਂ ਬਾਰੇ ਪਾਈਆਂ ਪਟੀਸ਼ਨਾਂ ਨੂੰ ਵਿਚਾਰਨ ਤੋਂ ਬਾਅਦ ਸੁਣਾਏ ਫੈਸਲਿਆਂ ਵਿੱਚ ਭਾਈ ਖਾਲੜਾ ਹਿਊਮਨ ਰਾਈਟਸ ਵਿੰਗ ਵੱਲੋਂ ਕੀਤੀ ਗਈ ਜਾਂਚ ਦੇ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ। ਇਸੇ ਤਰ੍ਹਾਂ ਰਾਸ਼ਟਰੀ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਤਰਨਤਾਰਨ ਜ਼ਿਲ੍ਹੇ ਵਿੱਚ ਪੀੜਤ ਪਰਿਵਾਰਾਂ ਦਾ ਪੱਖ ਸੁਣਨ ਤੋਂ ਬਾਅਦ ਚੁੱਕੇ ਕਦਮਾਂ ਰਾਹੀਂ ਹਿਊਮਨ ਰਾਈਟਸ ਵਿੰਗ ਵੱਲੋਂ ਪੁਲਿਸ ਤੇ ਲਾਏ ਦੋਸ਼ਾਂ ਦੀ ਸੱਚਾਈ ਉੱਤੇ ਆਪਣੀ ਮੋਹਰ ਲਾ ਦਿੱਤੀ ਸੀ।